ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਦੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇਕ ਸਰਣਾ ਮਿਲੈ ਦਾਨ ਸੰਤ ਰੇਣ ਜਿਹ ਲਗ ਪਉ ਜਲ ਤਰਨਾ। ਬਿਨਤ ਕਰੋ ਅਰਦਾਸ ਸੁਨਹੁ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੈ। ਬਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮਦੀ ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਿਰ ਸਾਹੰਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਹਵਨਾ ਦਾ ਵੇਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ। ਜੋ ਸਰਣ ਪਰੈ ਤਿਸ ਕੀ ਪਤ ਰਾਖੈ ਜਾਇ ਪੂਛੋ ਵੇਦ ਪੁਰਾਣੀ ਹੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ। ਜੋ ਸਰਣ ਪਰੈ ਤਿਸ ਕੀ ਪਤ ਰਾਖੈ ਜਾਇ ਪੂਛੋ ਵੇਦ ਪੁਰਾਣੀ ਹੈ।
जिस हर सेवा लाए सोई जन लागै। गुर कै शब्द भरम भो भागै। विचे गृह सदा रहै उदासी। ज्यों कमल रहै विच पानी है। विच होमै सेवा थाए न पाए। जन्म मरै फिर आवै जाए। सो तप पूरा साई सेवा। जो हर मेरे मन भाणी है। हों क्या गुण तेरे आखां स्वामी। तू सर्ब जिया का अंतर जामी। ओ मांगो दान तुझै पह करते। हर अन दिन नाम बखानी है। हो क्या गुण तेरे आखां स्वामी। तू सर्ब जिया का अंतर जामी। हो मांगो दान तुझै पह करते। हर अन दिन नाम बखानी है। वाहिगुरु जी का खालसा वाहिगुरु जी की फतेह। सतगुरां दी साजी निवाजी। गुरु रूप गुरु सवारे खालसा साध संगत जीओ। आप जी वडभागे हो जो दशमेश पिता गुरु कलगीधर सतगुरु अमृत के दाते सर्वांस दानी सहबे कमाल धन धन साहिब श्री गुरु गोबिंद सिंह महाराज जी दी चरण छो धरती महान पवित्र अस्थान गुरुद्वारा मंजी साहिब आलमगीर विखे ਅੰਮ੍ਰਿਤ ਵੇਲੇ ਤੋਂ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਜੁੜ ਬੈਠ ਕੇ ਹਾਜ਼ਰੀਆਂ ਭਰ ਕੇ ਨਤਮਸਤਕ ਹੋ ਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਸੋਢੀ ਸੁਲਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਉਹਨਾਂ ਦੇ ਪਾਵਨ ਸ਼ਬਦ ਮਾਰੂ ਸੋਲ੍ਹੇ ਬਾਣੀ ਦੀ ਵਿਚਾਰ ਚੱਲ ਰਹੀ ਹੈ। ਸਤਿਗੁਰਾਂ ਦੀ ਕਿਰਪਾ ਸਦਕਾ ਕੱਲ੍ਹ ਵਾਲੀ ਵਿਚਾਰ ਦੇ ਵਿੱਚ ਆਪ ਜੀ ਨੇ 8 ਬੰਦਾਂ ਤੱਕ ਵਿਚਾਰ ਸ਼ਰਵਣ ਕੀਤੀ ਸੀ। ਅੱਜ ਸਤਿਗੁਰੂ ਮਹਾਰਾਜ ਜੀ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। 9ਵੇਂ ਬੰਦ ਦੁਆਰਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ
ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਜੇ ਹੀ ਹਰ ਨਾਮ ਸਮਾਇਆ। ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ। ਸਤਿਗੁਰਾਂ ਨੂੰ ਸਵਾਲ ਕੀਤਾ ਗਿਆ ਕਿ ਪਾਤਸ਼ਾਹ ਜੀ, ਆਪ ਜੀ ਕਿਰਪਾ ਕਰਕੇ ਇਹ ਦੱਸੋ ਕਿ ਕਿਸ ਜੀਵ ਨੂੰ ਸੰਸਾਰ ਵਿੱਚ ਸੁੱਖ ਪ੍ਰਾਪਤ ਹੁੰਦੇ ਨੇ? ਕਿਹੜਾ ਜੀਵ ਹੈ ਜਿਹੜਾ ਜੀਵ ਆਪਣੇ ਮਨ ਨੂੰ ਸਕੂਨ ਦਿੰਦਾ ਹੈ? ਕਿਉਂਕਿ ਇੱਕ ਸੁੱਖ ਹੁੰਦਾ ਹੈ ਤਨ ਦਾ ਸੁੱਖ, ਇੱਕ ਹੁੰਦਾ ਮਨ ਦਾ ਸੁੱਖ। ਤਨ ਦਾ ਸੁੱਖ ਜਿਹੜਾ ਹੈ, ਸਰੀਰ ਤੰਦਰੁਸਤ ਹੈ, ਸਰੀਰ ਨੂੰ ਕਿਸੇ ਪ੍ਰਕਾਰ ਦਾ ਰੋਗ ਨਹੀਂ ਹੈ, ਚੰਗਾ ਖਾ ਰਿਹਾ, ਚੰਗਾ ਪਹਿਨ ਰਿਹਾ ਹੈ, ਇਹ ਤਨ ਦੇ ਸੁੱਖ ਹੋ ਗਏ। ਇੱਕ ਹੁੰਦਾ ਹੈ ਮਨ ਦਾ ਸੁੱਖ, ਕਿ ਮਨ ਦੇ ਸੁੱਖ ਦੇ ਵਿੱਚ ਜਿਹੜਾ ਆਪਣੇ ਮਨ ਨੂੰ ਸਕੂਨ ਮਿਲਣਾ, ਮਨ ਨੂੰ ਸ਼ਾਂਤੀ ਮਿਲਣੀ, ਮਨ ਭਟਕਣਾ ਵੱਲੋਂ ਰੁਕ ਕੇ ਬੈਠ ਜਾਣਾ, ਇੱਕ ਥਾਂ 'ਤੇ ਮਨ ਕੇਂਦਰਿਤ ਹੋ ਜਾਣਾ, ਉਹ ਸੁੱਖ ਦੀ ਪਾਤਸ਼ਾਹ ਜੀ ਇੱਥੇ ਗੱਲ ਕਰਦੇ ਨੇ। ਸਤਿਗੁਰੂ ਨੂੰ ਸਵਾਲ ਕੀਤਾ ਕਿ ਪਾਤਸ਼ਾਹ ਸੁਖੀ ਕੌਣ ਹੈ, ਕਿਹਨੂੰ ਸੁੱਖ ਪ੍ਰਤੀਸੀਬ ਹੁੰਦਾ ਹੈ? ਤੇ ਸਤਿਗੁਰੂ ਕਹਿੰਦੇ ਜਿਨ ਹਰ ਸੇਵਿਆ, ਜਿਨ੍ਹਾਂ ਨੇ ਭਾਈ ਹਰੀ ਪਰਮਾਤਮਾ ਨੂੰ ਸੇਵਿਆ ਚੇਤੇ ਕੀਤਾ ਹੈ, ਹਰੀ ਦੀ ਟਹਿਲ ਸੇਵਾ ਕੀਤੀ, ਹਰੀ ਦਾ ਸਿਮਰਨ ਕੀਤਾ ਹੈ, ਉਹਨਾਂ ਜੀਵਾਂ ਨੇ ਫਿਰ ਸੁੱਖ ਪਾਇਆ, ਸੁੱਖ ਪ੍ਰਾਪਤ ਕੀਤਾ ਹੈ। ਉਹਨਾਂ ਜੀਵਾਂ ਦੀ ਅਵਸਥਾ ਕੈਸੀ ਬਣ ਜਾਂਦੀ ਹੈ? ਸਹਿਜੇ ਹੀ ਹਰ ਨਾਮ ਸਮਾਇਆ। ਸਹਿਜ ਜਿੱਥੇ ਮਨ ਕਦੇ ਡੋਲਦਾ ਨਹੀਂ, ਜਿਸ ਅਵਸਥਾ ਨੂੰ ਆਖਿਆ ਜਾਂਦਾ ਆਤਮਿਕ ਅਡੋਲਤਾ ਵਾਲੀ ਅਵਸਥਾ, ਜਿਹਦੇ ਬਾਅਦ ਭਗਤ ਕਬੀਰ ਸਾਹਿਬਾਨ ਜੀ ਕਹਿੰਦੇ ਨੇ, ਮਨ ਨਾ ਡਿਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿੱਤ ਰਹਿਓ ਸਮਾਏ। ਉਹ ਅਵਸਥਾ ਇੱਥੇ ਸਤਿਗੁਰੂ ਬਿਆਨ ਕਰਦੇ ਨੇ ਕਿ ਉਹ ਫਿਰ ਇਸ ਤਰ੍ਹਾਂ ਸਹਿਜ ਵਾਲੀ ਅਵਸਥਾ ਵਿੱਚ ਪਹੁੰਚ ਕੇ ਹਰੀ ਪਰਮਾਤਮਾ ਦੇ ਨਾਮ ਵਿੱਚ ਸਮਾਇਆ ਅਭੇਦ ਹੋ ਜਾਂਦਾ, ਲੀਨ ਹੋ ਜਾਂਦਾ ਹੈ। ਕਿਉਂਕਿ ਇਹ ਹਰੀ ਦਾ ਨਾ ਜਪਣਾ ਕਿਵੇਂ ਹੈ? ਸਤਿਗੁਰੂ ਕਹਿੰਦੇ ਨੇ ਗੁਰਮੁਖਾਂ ਦੀ ਸੰਗਤ ਕਰਕੇ, ਰੱਬ ਦੇ ਪਿਆਰੇ ਦੀ ਸੰਗਤ ਕਰਕੇ ਹਰੀ ਪਰਮਾਤਮਾ ਦਾ ਨਾਮ ਜਪਣਾ ਹੈ। ਫਿਰ ਜਿਹੜਾ ਇਹ ਜੀਵਨ ਦਾ ਸੁੱਖ ਇਹ ਜੀਵ ਤੈਨੂੰ ਪ੍ਰਾਪਤ ਹੋ ਸਕਦਾ ਹੈ। ਬੈਰਾੜੀ ਰਾਗ ਦੇ ਵਿੱਚ ਗੁਰੂ ਸਾਹਿਬਾਨ ਦੇ ਆਪਾਂ ਬਚਨ ਪੜ੍ਹਦੇ ਹਾਂ, ਪਾਤਸ਼ਾਹ ਦਾ ਫਰਮਾਨ ਕਿ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੂਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਗਤ ਪਾਈ। ਸਾਰੇ ਸੁੱਖ ਕਿੱਥੇ ਮਿਲਦੇ ਨੇ? ਹਰੀ ਦੇ ਨਾਮ ਦੇ ਵਿੱਚੋਂ, ਹਰੀ ਦੀ ਸਿਫਤ ਸਲਾਹ ਕਰਕੇ ਇਹ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ। ਤੇ ਕਹਿੰਦੇ ਫਿਰ ਇਹ ਜਿਹੜੀ ਮੱਤ ਹੈ, ਕਿਉਂਕਿ ਸ਼੍ਰੇਸ਼ਟ ਅਕਲ ਦੇ ਰਾਹੀਂ ਹੀ ਉਸ ਮਾਲਕ ਦਾ ਸਿਮਰਨ ਕੀਤਾ ਜਾ ਸਕਦਾ ਹੈ। ਤੇ ਪਾਤਸ਼ਾਹ ਕਹਿੰਦੇ ਨੇ ਗੁਰ ਪ੍ਰਸਾਦ ਨਾਨਕ ਮਤ ਪਾਈ, ਨਾਨਕ ਨੇ ਗੁਰੂ ਦੀ ਪ੍ਰਸਾਦ ਕਿਰਪਾ ਦੇ ਰਾਹੀਂ ਉਸ ਮਾਲਕ ਦੀ ਮਤ, ਸ਼੍ਰੇਸ਼ਟ ਅਕਲ ਨੂੰ, ਮਤ ਨੂੰ ਪ੍ਰਾਪਤ ਕਰ ਲਿਆ, ਗੁਰੂ ਦੀ ਮਤ ਨੂੰ, ਜਿਹਦੇ ਰਾਹੀਂ ਉਸ ਮਾਲਕ ਦਾ ਸਿਮਰਨ ਹੋ ਰਿਹਾ, ਬੰਦਗੀ ਹੋ ਰਹੀ ਹੈ। ਜਿਸ ਤਰ੍ਹਾਂ ਸਹਿਜੇ ਹੀ ਹਰ ਨਾਮ ਸਮਾਇਆ, ਫਿਰ ਉਹ ਜੀਵ ਹਰੀ ਪਰਮਾਤਮਾ ਦੇ ਨਾਮ ਵਿੱਚ ਸਮਾਇਆ ਸਹਿਜ ਵਾਲੀ ਅਵਸਥਾ 'ਚ ਪਹੁੰਚ ਜਾਂਦਾ ਹੈ। ਇੱਥੋਂ ਤੱਕ ਗੁਰੂ ਸਵਾਰਿਓ ਜਪਜੀ ਸਾਹਿਬ ਦੀ ਪਾਵਨ ਬਾਣੀ ਆਪਾਂ ਪੜ੍ਹਦੇ ਹਾਂ,
ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚ ਸਤਿਗੁਰੂ ਨੇ ਸਾਨੂੰ ਸਮਝਾਇਆ ਹੈ ਕਿ ਇਹ ਜੀਵ, ਜੇਕਰ ਤੇਰੀ ਲੰਬੇਰੀ ਉਮਰ ਕਿਉਂ ਨਾ ਹੋ ਜਾਵੇ, ਤੂੰ ਲੰਬੇਰੀ ਉਮਰ ਦਾ ਮਾਲਕ ਬਣ ਜਾਵੇ, ਪਰ ਜੇ ਤੇਰੇ ਕੋਲ ਪਰਮਾਤਮਾ ਦਾ ਨਾਮ ਨਹੀਂ ਹੈ, ਵਾਹਿਗੁਰੂ ਦਾ ਸਿਮਰਨ ਨਹੀਂ ਹੈ, ਸਿਮਰਨ ਤੋਂ ਬਿਨਾਂ ਤੇਰੀ ਜਿਹੜੀ ਉਮਰ ਹੈ ਉਹ ਸਾਰੀ ਵਿਅਰਥ ਹੈ। 7ਵੀਂ ਪੌੜੀ ਆਪਾਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਾਤਸ਼ਾਹ ਕਹਿੰਦੇ ਨੇ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। 4 ਜੁਗਾਂ ਜਿੰਨੀ ਉਮਰ ਹੋ ਜਾਵੇ, ਫਿਰ ਹੋਰ ਦਸੂਣੀ 10 ਗੁਣਾ ਹੋਰ ਵੱਧ ਜਾਵੇ। 7 ਤ੍ਰੇਤਾ, ਦੁਆਪਰ, ਕਲਯੁਗ, ਇਹ 4 ਯੁੱਗ ਹੋ ਗਏ। ਕਹਿੰਦੇ ਇਹ ਤੋਂ ਦਸੂਣੀ 10 ਗੁਣਾ ਹੋਰ ਉਮਰ ਵੱਧ ਜਾਵੇ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੈ ਸਭ ਖੋਏ। 9 ਖੰਡ ਪ੍ਰਿਥਵੀ ਧਰਤੀ ਮੰਨੀ ਗਈ ਹੈ। 9 ਖੰਡਾਂ ਦੇ ਵਿੱਚ ਇਹ ਜੀਵ ਤੈਨੂੰ ਜਾਣਿਆ ਜਾਵੇ, ਜਿੱਧਰ ਜਾਵੇ ਤੈਨੂੰ ਸਲਾਮਾ ਹੋਵੇ। ਜਦੋਂ ਤੂੰ ਤੁਰੇ ਤੇਰੀ ਬਹੀਰ ਦੇ ਮਗਰ ਸਾਰੇ ਤੁਰ ਪੈਣ, ਤੈਨੂੰ ਸਜਦਾ ਹੋਵੇ, ਤੈਨੂੰ ਸਾਰੇ ਸਲਾਮ ਕਰਨ, ਇੰਨਾ ਤੇਰਾ ਮਾਣ ਸਨਮਾਨ ਹੋਵੇ। ਨਵਾ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ। ਚੰਗਾ ਨਾਮ ਰਖਾ ਲਿਆ, ਨਾਮਣਾ ਖੱਟ ਲਿਆ ਸੰਸਾਰ ਦੇ ਵਿੱਚ, ਜਗਤ ਵਿੱਚ ਤੇਰੀ ਜਿੱਥੇ ਤੇਰਾ ਲੋਕ ਕੀਰਤੀ ਕਰ ਰਹੇ, ਵਡਿਆਈ ਤੈਨੂੰ ਮਾਣ ਸਨਮਾਨ ਮਿਲ ਰਿਹਾ ਹੈ, ਇਹ ਸਭ ਕੁਝ ਤੂੰ ਪ੍ਰਾਪਤ ਕਰ ਰਿਹਾ ਹੈ। ਚੰਗਾ ਨਾਮ ਰਖਾਏ ਕੈ, ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵੇ, ਤਾਂ ਬਾਤ ਨਾ ਪੁੱਛੈ ਕੇ। ਕਹਿੰਦੇ ਸੱਚ ਜਾਣੀ, ਐਡਾ ਵੱਡਾ ਚੱਕਰਵਰਤੀ ਤੂੰ ਰਾਜਾ ਬਣ ਜਾਵੇ, ਲੰਬੇਰੀ ਤੇਰੀ ਉਮਰ ਹੋ ਜਾਵੇ, ਪਰ ਜੇ ਉਸ ਮਾਲਕ ਦੀ ਤੂੰ ਨਜ਼ਰ ਦੇ ਵਿੱਚ ਨਹੀਂ ਆਇਆ, ਮਾਲਕ ਦੀ ਤੇਰੇ ਉੱਤੇ ਮਿਹਰ ਨਹੀਂ ਹੋਈ, ਬਖਸ਼ਿਸ਼ ਨਹੀਂ ਹੋਈ, ਫਿਰ ਤੇਰੀ ਕਿਸੇ ਨੇ ਗੱਲਬਾਤ ਨਹੀਂ ਪੁੱਛਣੀ ਹੈ। ਜੋ ਕੁਝ ਤੈਨੂੰ ਮਾਣ ਸਨਮਾਨ ਮਿਲ ਰਿਹਾ, ਵਡਿਆਈ ਮਿਲ ਰਹੀ ਹੈ, ਮਤਾ ਮਨ ਵਿੱਚ ਇਹ ਵਿਚਾਰ ਕਰਕੇ ਇਹ ਵਡਿਆਈ, ਇਹ ਮਾਣ ਸਨਮਾਨ ਮੈਨੂੰ ਮਿਲ ਨਹੀਂ, ਤੈਨੂੰ ਨਹੀਂ ਮਿਲ ਰਿਹਾ, ਤੈਨੂੰ ਪਰਮਾਤਮਾ ਦਵਾ ਰਿਹਾ ਹੈ। ਕਦੇ ਮਾਣ ਨਹੀਂ ਕਰਨਾ। ਇਸ ਪ੍ਰਕਾਰ ਪਾਤਸ਼ਾਹ ਕਹਿੰਦੇ ਨੇ, ਚੰਗਾ ਨਾਉ ਰਖਾਇ ਕੈ, ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵੇ, ਤਾਂ ਬਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਸਤਿਗੁਰੂ ਕਹਿੰਦੇ ਨੇ ਉਹ ਪਰਮਾਤਮਾ ਦੀ ਐਸੀ ਖੇਡ ਹੈ, ਕਹਿੰਦੇ ਉਹ ਨਾਨਕ ਨਿਰਗੁਣ ਗੁਣ ਕਰੇ। ਜਿਹੜਾ ਗੁਣ ਤੋਂ ਹੀਣਾ ਪੁਰਸ਼ ਹੈ ਨਾ, ਨਿਰਗੁਣ ਗੁਣ ਤੋਂ ਹੀਣਾ ਪੁਰਸ਼, ਉਹਦੇ ਵਿੱਚ ਕਹਿੰਦੇ ਫਿਰ ਉਹ ਗੁਣ ਪੈਦਾ ਕਰ ਦਿੰਦਾ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਜੇ ਤਿਸ ਨਜ਼ਰ ਨਾ ਆਵੇ, ਤਾਂ ਬਾਤ ਨਾ ਪੁੱਛੈ ਕੇ। ਤੇ ਇਸ ਤਰ੍ਹਾਂ ਗੁਰੂ ਸਵਾਰੇ ਫਿਰ ਉਹ ਮਾਲਕ ਵਾਹਿਗੁਰੂ ਦੀ ਬਖਸ਼ਿਸ਼ ਦਾ ਭਾਵ ਕਹਿਣ ਦਾ ਕਿ ਜਦੋਂ ਤੱਕ ਉਸ ਮਾਲਕ ਦੀ ਨਜ਼ਰ ਨਹੀਂ ਹੁੰਦੀ, ਮਿਹਰ ਨਹੀਂ ਹੁੰਦੀ ਹੈ, ਤੇ ਉਦੋਂ ਤੱਕ ਗੁਰੂ ਸਵਾਰਿਓ ਅਸੀਂ ਉਸ ਮਾਲਕ ਦੇ ਕਿਰਪਾ ਦੇ ਪਾਤਰ ਨਹੀਂ ਬਣ ਸਕਦੇ ਹਾਂ। ਨਾ ਮਾਲਕ ਦੀ ਕਿਰਪਾ ਦੇ ਪਾਤਰ ਬਣਨ ਦੇ ਲਈ ਸਾਨੂੰ ਜਿਹੜੀਆਂ ਇਹ ਮਨੁੱਖਾਂ ਦੇਹੀਆਂ ਮਿਲੀਆਂ ਨੇ, ਸਰੀਰ ਮਿਲੇ ਨੇ, ਇਸ ਸਰੀਰ ਨੂੰ ਦੇਖ, ਆਪਣੇ ਸਰੀਰ ਵੱਲ ਦੇਖ ਕੇ, ਆਪਣੀ ਜਿੰਦ ਜਾਨ ਵੱਲ ਦੇਖ ਕੇ ਸਾਨੂੰ ਵਾਰ-ਵਾਰ ਉਸ ਮਾਲਕ ਦਾ ਸ਼ੁਕਰ ਕਰਨਾ ਚਾਹੀਦਾ ਕਿ ਮੇਰੇ ਮਾਲਕ ਜੀ, ਤੁਸਾਂ ਨੇ ਸਾਨੂੰ ਮਨੁੱਖਾ ਦੇਹੀ ਬਖਸ਼ਿਸ਼ ਕੀਤੀ, ਸਾਨੂੰ ਤੰਦਰੁਸਤੀ ਬਖਸ਼ਿਸ਼ ਕੀਤੀ ਹੈ, ਸਾਡੇ ਸਰੀਰ ਦੇ ਇਕੱਲੇ-ਇਕੱਲੇ ਅੰਗ ਬਿਲਕੁਲ ਸਹੀ ਹਨ। ਅਤੇ ਉਦੋਂ ਜਦੋਂ ਆਪਾਂ ਇਸ ਤਰ੍ਹਾਂ ਆਪਣੇ ਸਰੀਰ ਵੱਲ ਦੇਖ ਕੇ ਉਸ ਮਾਲਕ ਨੂੰ, ਪ੍ਰਭੂ ਨੂੰ ਚੇਤੇ ਕਰਾਂਗੇ, ਅਤੇ ਗੁਰੂ ਸਾਹਿਬ ਮਾਲਕ ਨੇ ਫਿਰ ਆਪਣੀ ਆਪ ਹੀ ਬਖਸ਼ਿਸ਼ ਕਰਨੀ ਹੈ। ਅਤੇ ਸਤਿਗੁਰੂ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਜਿਨ੍ਹਾਂ ਨੇ ਹਰੀ ਨੂੰ ਸੇਵਨਾ ਕੀਤਾ, ਉਹਨਾਂ ਨੇ ਸੁੱਖ ਪ੍ਰਾਪਤ ਕਰ ਲਿਆ।
ਤੇ ਸਹਿਜੇ ਹੀ ਹਰ ਨਾਮ ਸਮਾਇਆ। ਸਹਿਜੇ ਹੀ ਆਤਮ ਡੋਲਤਾ ਵਾਲੀ ਅਵਸਥਾ 'ਚ ਪਹੁੰਚ ਕੇ ਉਹਨਾਂ ਦੇ ਹਿਰਦੇ ਅੰਦਰ ਹਰੀ ਪਰਮਾਤਮਾ ਫਿਰ ਨਾਮ ਸਮਾ ਗਿਆ, ਭਾਵ ਨਾਮ ਦਾ ਟਿਕਾ ਹੋ ਗਿਆ। ਤੇ ਅਗਲੀ ਪੰਕਤੀ 'ਚ ਪਾਤਸ਼ਾਹ ਜੀ ਬਚਨ ਕਰਦੇ ਹਨ, ਜੋ ਸ਼ਰਨ ਪਰੈ ਤਿਸ ਕੀ ਪਤ ਰਾਖੈ, ਜਾਏ ਪੁੱਛੋ ਵੇਦ ਪੁਰਾਣੀ ਹੈ। ਗੁਰੂ ਸਾਹਿਬਾਨ ਜੀ ਬਖਸ਼ਿਸ਼ ਕਰਦੇ ਨੇ ਕਿ ਜੋ ਸ਼ਰਨ ਪਰੈ ਤਿਸ ਕੀ ਪਤ ਰਾਖੈ, ਜਿਹੜਾ ਉਸ ਮਾਲਕ ਦੀ, ਪ੍ਰਭੂ ਦੀ, ਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ, ਉਹਦੀ ਫਿਰ ਪਤ ਇੱਜ਼ਤ ਪਰਮਾਤਮਾ ਆਪ ਰੱਖਦਾ ਹੈ। ਸਤਿਗੁਰੂ ਕਹਿੰਦੇ ਇਹ ਜੇ ਤੁਹਾਨੂੰ ਮੇਰੇ ਉੱਤੇ ਵਿਸ਼ਵਾਸ ਨਹੀਂ ਨਾ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ, ਕਹਿੰਦੇ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜਦੋਂ ਉਸ ਮਾਲਕ ਜਿਹੜਾ ਪ੍ਰਭੂ ਦੀ, ਗੁਰੂ ਦੀ ਸ਼ਰਨ 'ਚ ਪੈਂਦਾ ਹੈ, ਉਹਦੀ ਪਤ ਇੱਜ਼ਤ ਆਪ ਪਰਮੇਸ਼ਰ ਰੱਖਦਾ ਹੈ। ਕਹਿੰਦੇ ਜੇ ਤੁਹਾਨੂੰ ਮੇਰੇ ਉੱਤੇ ਯਕੀਨ ਨਹੀਂ, ਕਹਿੰਦੇ ਫਿਰ ਹਿੰਦੁਸਤਾਨ ਦੀ ਧਰਤੀ ਉੱਤੇ ਜਿਹੜੇ ਹਿੰਦੂ ਮਤ ਅਨੁਸਾਰ 4 ਵੇਦ ਹਨ, 18 ਪੁਰਾਣ ਹਨ, ਜਿੰਨੇ ਵੀ ਧਾਰਮਿਕ ਗ੍ਰੰਥ ਨੇ ਨਾ, ਉਹਨਾਂ ਨੂੰ ਪੁੱਛ ਕੇ ਦੇਖ ਲਵੋ। ਉਹਨਾਂ ਨੂੰ ਪੁੱਛ ਕੇ ਦੇਖਣਾ ਭਾਵ ਉਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਦੇਖ ਲਵੋ, ਤੇ ਇਹੀ ਸਿੱਟਾ ਨਿਕਲੇਗਾ ਕਿ ਜਿਹੜਾ ਪ੍ਰਭੂ ਦੀ ਸ਼ਰਨ ਵਿੱਚ ਪੈਂਦਾ, ਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ, ਉਹਦੀ ਪਤ ਇੱਜ਼ਤ ਫਿਰ ਪਰਮਾਤਮਾ ਆਪ ਰੱਖਦਾ ਹੈ। ਤਾਈਓ ਸਤਿਗੁਰੂ ਮਹਾਰਾਜ ਨੇ ਸ਼ਰਨ ਦੇ ਪ੍ਰਥਾਏ ਬਹੁਤ ਸਾਰੇ ਸਾਨੂੰ ਪ੍ਰਮਾਣ ਗੁਰਬਾਣੀ 'ਚ ਪ੍ਰਾਪਤ ਹੁੰਦੇ ਨੇ। ਜਿਵੇਂ ਸਤਿਗੁਰੂ ਕਹਿੰਦੇ ਨੇ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਮਾਲਕ ਦਾ ਇਹ ਬਿਰਧ ਹੈ ਮੁੱਢ ਕਦੀਮਾਂ ਤੋਂ, ਜਿਹੜਾ ਸ਼ਰਨ ਆ ਜਾਂਦਾ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ। ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਫਰਮਾਨ ਕਰਦੇ ਨੇ ਕਿ ਹੋਂ ਆਇਆ ਦੂਰੋਂ ਚੱਲ ਕੈ, ਮੈਂ ਤੱਕੀ ਤੋ ਸ਼ਰਨ ਆਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਹੁਣ ਇੱਥੇ ਪਾਤਸ਼ਾਹ ਨੇ ਬਚਨ ਕੀਤੇ, ਹੋਂ ਆਇਆ ਦੂਰੋਂ ਚੱਲ ਕੇ। ਦੂਰੋਂ ਚੱਲ ਕੇ ਆਉਣ ਤੋਂ ਭਾਵ ਕੀ ਹੈ ਕਿ ਦਿੱਲੀ ਤੋਂ ਲੁਧਿਆਣੇ ਆ ਗਿਆ? ਨਹੀਂ, ਦੂਰੋਂ ਚੱਲ ਕੇ ਆਉਣ ਤੋਂ ਭਾਵ ਹੈ ਕਿ ਅਨੇਕਾਂ ਟੇਢੀਆਂ ਮੇਢੀਆਂ ਜੂਨਾਂ ਦਾ ਸਫ਼ਰ ਕਰਦਿਆਂ ਹੋਇਆਂ, ਅਨੇਕਾਂ ਸਰੀਰ ਧਾਰਨ ਕੀਤੇ, ਕਦੇ ਕੀੜਾ ਬਣ ਗਿਆ, ਕਦੇ ਮਕੌੜਾ ਬਣ ਗਿਆ, ਕਦੇ ਹਾਥੀ ਬਣਿਆ, ਕਦੇ ਕੁਝ ਬਣਿਆ, ਕਦੇ ਕੁਝ ਬਣਿਆ, ਫਿਰ ਕਹਿੰਦੇ ਹੁਣ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਇਹ ਸਫ਼ਰ ਤੈਅ ਕਰਦਿਆਂ ਹੋਇਆਂ ਮਾਲਕ ਜੀ, ਹੁਣ ਮੈਂ ਦੂਰੋਂ ਚੱਲ ਕੇ ਆਇਆ, ਮੈਨੂੰ ਇਹ ਮਨੁੱਖਾ ਦੇਹੀ ਮਿਲ ਗਈ। ਇਸ ਮਨੁੱਖਾ ਦੇਹੀ ਵਿੱਚ ਮੈਂ ਤੱਕੀ ਤੋਂ ਸ਼ਰਨ ਆਏ ਜੀਓ, ਮੈਂ ਆਪ ਜੀ ਦੀ ਸ਼ਰਨ ਤੱਕਣਾ ਕੀਤੀ ਹੈ। ਤੇ ਮੈਂ ਮਨ ਵਿੱਚ ਇੱਕ ਆਸਾ ਰੱਖੀ ਹੈ, ਆਸ ਰੱਖੀ ਹੈ। ਕਿਹੜੀ ਆਸਾ? ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀ। ਆਸ ਕਿਹੜੀ ਹੈ? ਪਰਮੇਸ਼ਰ ਨੂੰ ਮਿਲਣ ਦੀ, ਗੁਰੂ ਨਾਲ ਇੱਕਮਿਕ ਹੋਣ ਦੀ। ਮੇਰੇ ਮਾਲਕ ਜੀ ਕਿਰਪਾ, ਜਿਹੜਾ ਇਹ ਵਿਛੋੜੇ ਦਾ ਦੁੱਖ ਹੈ ਨਾ, ਵਿਛੋੜੇ ਦਾ ਦੁੱਖ, ਮੇਰੇ ਮਾਲਕ ਜੀ ਕਿਰਪਾ ਕਰਕੇ ਇਸ ਦੁੱਖ ਨੂੰ ਆਪ ਜੀ ਦੂਰ ਕਰਨਾ ਕਰੋ। ਇਹ ਦੁੱਖ ਉਦੋਂ ਤਾਂ ਦੂਰ ਹੋਣਾ ਹੈ ਜਦੋਂ ਮੇਰਾ ਉਸ ਮਾਲਕ ਨਾਲ ਮਿਲਾਪ ਹੋ ਜਾਵੇ, ਮੈਂ ਤੁਹਾਨੂੰ ਪ੍ਰਾਪਤ ਕਰ ਲਵਾਂ। ਇਸੇ ਪ੍ਰਕਾਰ ਹੀ ਕਬੀਰ ਸਾਹਿਬਾਨ ਜੀ ਦਾ ਇੱਕ ਸ਼ਲੋਕ ਹੈ, ਜਿਹਦੇ ਸਾਨੂੰ ਕਬੀਰ ਸਾਹਿਬਾਨ ਜੀ ਸਮਝਾਉਂਦੇ ਨੇ। ਕਬੀਰ ਅੰਬਰ ਘਨ ਹਰ ਛਾਇਆ, ਬਰਖ ਭਰੇ ਸਰਤਾਲ, ਚਾਤਰਿਕ ਜਿਉ ਤਰਸਤ ਰਹੈ, ਤਿਨ ਕੋ ਕੌਣ ਹਵਾਲ। ਕਬੀਰ ਸਾਹਿਬਾਨ ਜੀ ਕਹਿੰਦੇ, ਦੇਖੋ ਆਕਾਸ਼ ਵਿੱਚ ਕਾਲੀ ਘਟਾ ਬੱਦਲ ਆਏ, ਬੱਦਲ ਨੇ ਸਾਰਾ ਜਿਹੜਾ ਆਕਾਸ਼ ਹੈ ਢੱਕ ਲਿਆ। ਫਿਰ ਜਦੋਂ ਬੱਦਲ ਆਪਸ 'ਚ ਟਕਰਾਏ, ਬੜੀ ਤੇਜ਼ੀ ਦੀ ਵਰਖਾ ਹੋਈ, ਧਰਤੀ ਜਿਹੜੀ ਹੈ ਪਾਣੀ ਨਾਲ ਨਕਾ ਨਕ ਭਰ ਗਈ। ਜਿੰਨੇ ਵੀ ਧਰਤੀ ਉੱਤੇ ਦਰਿਆ ਸੀ, ਨਦੀਆਂ ਸੀ ਜਾਂ ਛੱਪੜ ਸਨ, ਟੋਭੇ ਇਤਿਆਦਿਕ, ਇਹ ਸਾਰੇ ਪਾਣੀ ਦੇ ਨਾਲ ਭਰ ਗਏ।
ਧਰਤੀ ਉਸ ਧਰਤੀ ਜਿਹੜੀ ਪਿਆਸ ਹੈ ਪਾਣੀ ਨਾਲ ਬੁੱਝ ਗਈ, ਧਰਤੀ ਨੂੰ ਸਕੂਨ ਮਿਲਿਆ, ਸ਼ਾਂਤੀ ਮਿਲੀ ਹੈ। ਕਹਿੰਦੇ ਪਰ ਇਹਨਾਂ ਸਾਰਿਆਂ ਦੇ ਵਿੱਚ ਧਰਤੀ ਦੇ ਉੱਤੇ ਰਹਿਣ ਵਾਲੇ ਜੀਵਾਂ ਨੂੰ ਠੰਡਕ ਮਹਿਸੂਸ ਹੋਈ ਹੈ, ਬਨਸਪਤੀ ਹਰੀ ਭਰੀ ਹੋਈ ਹੈ। ਪਰ ਕਹਿੰਦੇ ਇੱਕ ਜੀਵ ਐਸਾ ਹੈ ਜਿਸ ਜੀਵ ਦੀ ਕਹਿੰਦੇ ਪਿਆਸ ਇੰਨੀ ਵਰਖਾ ਹੋਣ ਦੇ ਬਾਵਜੂਦ ਹੀ ਬੁੱਝੀ ਨਹੀਂ ਹੈ। ਉਹ ਜੀਵ ਕਿਹੜਾ ਹੈ? ਚਾਤ੍ਰਿਕ ਪਪੀਹਾ ਪੰਛੀ। ਬਬੀਹਾ ਪੰਛੀ ਕਹਿੰਦੇ ਨੇ ਉਹ ਟੇਕ ਲਾ ਕੇ ਬੈਠਾ ਹੋਇਆ, ਉਹ ਦੇਖਦਾ ਹੈ ਕਿ ਕਦੋਂ ਮਾਲਕ ਸਵੰਤੀ ਬੂੰਦ ਦੀ ਵਰਖਾ ਕਰੇ ਤੇ ਮੇਰੇ ਮੁਖ ਦੇ ਵਿੱਚ ਉਹ ਬੂੰਦ ਪੈ ਜਾਵੇ ਜਿਹਦੇ ਰਾਹੀਂ ਮੇਰੀ ਪਿਆਸ ਬੁੱਝ ਜਾਵੇ। ਚਾਤ੍ਰਿਕ ਜਿਉਂ ਤਰਸਤ ਰਹਿ। ਚਾਤ੍ਰਿਕ ਵੀ ਤਰਸ ਰਿਹਾ, ਇੰਨੀ ਵਰਖਾ ਹੋਣ ਦੇ ਬਾਵਜੂਦ ਪਿਆਸ ਨਹੀਂ ਬੁੱਝੀ। ਇਹ ਤਿੰਨ ਕੋ ਕੌਣ ਹਵਾਲ, ਉਹਨਾਂ ਦਾ ਫਿਰ ਕੀ ਹਾਲ ਹੋਵੇਗਾ। ਤੇ ਇਸ ਕਰਕੇ ਗੁਰੂ ਸਵਾਰਿਓ ਕਹਿਣ ਦਾ ਭਾਵ ਹੈ ਕਿ ਜਦੋਂ ਤੱਕ ਜੀਵ ਰੂਪੀ ਬਬੀਹੇ ਪੰਛੀ ਦੇ ਅੰਦਰ ਪਰਮੇਸ਼ਰ ਦੇ ਨਾਮ ਰੂਪੀ ਸਵੰਤੀ ਬੂੰਦ ਨਹੀਂ ਜਾਂਦੀ, ਉਦੋਂ ਤੱਕ ਜੀਵ ਦੇ ਅੰਦਰ ਦੀ ਪਿਆਸ ਬੁੱਝ ਨਹੀਂ ਸਕਦੀ ਹੈ। ਪਾਣੀ ਦੀ ਪਿਆਸ ਲੱਗੀ, ਪਾਣੀ ਆਪਾਂ ਮੰਗ ਕੇ ਪੀਣਾ ਕੀਤਾ, ਗਲਾਸ ਭਰ ਲਿਆ, ਪਾਣੀ ਪੀ ਲਿਆ। ਫਿਰ ਗੁਰੂ ਸਵਾਰੇ ਪਿਆਸ ਲੱਗੀ, ਫਿਰ ਪਾਣੀ ਪੀ ਲਿਆ। ਇਹ ਤਾਂ ਪਾਣੀ ਨਾਲ ਤਾਂ ਪਿਆਸ ਬੁੱਝ ਗਈ, ਤਨ ਨੂੰ ਸਕੂਨ ਮਿਲ ਗਿਆ, ਤਨ ਨੂੰ ਸ਼ਾਂਤੀ ਮਿਲ ਗਈ। ਪਰ ਮਨ ਨੂੰ ਸਕੂਨ ਦੇਣ ਦੇ ਲਈ ਸਾਨੂੰ ਸਤਿਗੁਰ ਦਾ ਬਾਣੀ ਰੂਪੀ ਜਲ ਪੀਣਾ ਪਵੇਗਾ, ਸਿਮਰਨ ਰੂਪੀ ਜਲ ਪੀਣਾ ਪਵੇਗਾ। ਜਦੋਂ ਤੱਕ ਅਸੀਂ ਇਹ ਸਿਮਰਨ ਰੂਪੀ ਜਲ ਨਹੀਂ ਪੀਂਦੇ, ਪਾਣੀ ਨਹੀਂ ਪੀਂਦੇ, ਉਦੋਂ ਤੱਕ ਗੁਰੂ ਸਵਾਰੇ ਸਾਡੇ ਮਨ ਦੀ ਪਿਆਸ ਜਿਹੜੀ ਬੁੱਝ ਨਹੀਂ ਸਕਦੀ ਹੈ। ਤੇ ਸਿਮਰਨ ਰੂਪੀ ਜਿਹੜਾ ਜਲ ਪੀਣ ਦੇ ਲਈ ਸਾਨੂੰ ਵਾਰ-ਵਾਰ ਵਾਹਿਗੁਰੂ ਵਾਹਿਗੁਰੂ ਆਖਣਾ ਪਵੇਗਾ। ਧੁਨ ਲਾ ਕੇ ਆਪਣੇ ਧਿਆਨ ਨੂੰ ਕੇਂਦਰਿਤ ਕਰਕੇ ਵਾਹਿਗੁਰੂ 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 ਇਸ ਤਰ੍ਹਾਂ ਰਸ ਲੈਣਾ ਪਵੇਗਾ। ਜਿਉਂ-ਜਿਉਂ ਆਪਾਂ ਜਪਦੇ ਜਾਵਾਂਗੇ ਤਿਉਂ-ਤਿਉਂ ਗੁਰੂ ਸਵਾਰਿਓ ਸਾਡੇ ਮਨ ਦੀ ਜਿਹੜੀ ਪਿਆਸ ਹੈ ਬੁਝਦੀ ਜਾਵੇਗੀ। ਪਰ ਜਿਉਂ ਅਭਿਆਸ ਕਰਨ ਦੀ ਲੋੜ ਹੈ। ਹੁਣ ਦੇਖੋ ਜਿਹੜੇ ਨਿਤਨੇਮ ਕਰਦੇ, ਨਿਤ ਦਾ ਨਿਯਮ ਜਿਨ੍ਹਾਂ ਦਾ ਹੈ, ਨਿਤ ਦਾ ਨਿਯਮ ਜਿੱਥੇ ਆਪਾਂ ਬਾਣੀ ਪੜ੍ਹਦੇ ਹਾਂ, ਨਿਤ ਦਾ ਨਿਯਮ ਸਾਡਾ ਇਹ ਵੀ ਹੈ ਕਿ ਗੁਰੂ ਘਰ ਵਿਖੇ ਆ ਕੇ ਸੰਗਤ ਵਿੱਚ ਆ ਕੇ ਬੈਠਣਾ, ਸਤ ਸੰਗਤ 'ਚ ਲਾਹਾ ਪ੍ਰਾਪਤ ਕਰਨਾ, ਇਹ ਵੀ ਸਾਡਾ ਨਿਯਮ ਹੈ। ਪਰ ਜੇਕਰ ਕਿਸੇ ਮਜਬੂਰੀ ਵਸ ਹੋਣ ਕਰਕੇ ਸਾਡਾ ਇਹ ਦਿਨ ਲੰਘ ਜਾਵੇ, ਆਪਾਂ ਗੁਰੂ ਘਰ ਨਾ ਆ ਸਕੀਏ, ਨਿਤਨੇਮ ਨਾ ਹੋਵੇ, ਤੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਸਾਨੂੰ ਬਹੁਤ ਵੱਡੀ ਘਾਟ ਮਹਿਸੂਸ ਹੋ ਰਹੀ ਹੈ। ਤੇ ਬਾਰ-ਬਾਰ ਜੀਵ ਦਾ ਧਿਆਨ ਜਾਂਦਾ ਕਿ ਅੱਜ ਮੇਰਾ ਨਿਤਨੇਮ ਰਹਿ ਗਿਆ, ਅੱਜ ਮੈਂ ਗੁਰੂ ਘਰ ਨਹੀਂ ਗਿਆ, ਤੇ ਮਨ 'ਚ ਤਾਂਘ ਪੈਦਾ ਹੁੰਦੀ। ਇਹ ਕੀ ਹੈ? ਤੜਫ ਹੈ ਗੁਰੂ ਨੂੰ ਮਿਲਣ ਦੀ। ਤੇ ਗੁਰੂ ਸਾਹਿਬਾਨ ਜੀ ਫਿਰ ਕਿਰਪਾ ਕਰਦੇ ਨੇ, ਜਦੋਂ ਇਹੋ ਜਿਹੀ ਤੜਫ ਅੰਦਰ ਪੈਦਾ ਹੋ ਜਾਵੇ ਤੇ ਇਹ ਸਮਝਣਾ ਕਿ ਗੁਰੂ ਦੀ ਸਾਡੇ ਉੱਤੇ ਕਿਰਪਾ ਹੋਈ ਹੈ, ਰਹਿਮਤ ਹੋਈ ਹੈ, ਅਸੀਂ ਉਸ ਮਾਰਗ 'ਤੇ ਚੱਲ ਰਹੇ ਹਾਂ ਜਿਹੜਾ ਮਾਰਗ ਸਾਡੇ ਗੁਰੂ ਨੇ ਸਾਨੂੰ ਦੱਸਿਆ ਹੋਇਆ ਹੈ। ਜਿਵੇਂ ਸਤਿਗੁਰੂ ਮਹਾਰਾਜ ਪੰਜਵੇਂ ਗੁਰ ਦੇ ਮਹਾਰਾਜ ਬਚਨ ਕਰਦੇ ਨੇ ਕਿ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹੋਂ ਘੋਲੀ ਜਿਉ ਘੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ। ਉਹੀ ਵਚਨ ਪਾਤਸ਼ਾਹ ਨੇ ਕੀਤੇ ਨੇ ਕਿ ਜਿਵੇਂ ਚਾਤ੍ਰਿਕ ਪਬੀਹੇ ਦੀ ਨਿਆਏ ਮੇਰੇ ਅੰਦਰ ਵੀ ਤੜਪ ਹੈ, ਨਾ ਮੇਰੇ ਮਨ ਨੂੰ ਮੇਰੀ ਤ੍ਰੇਹ ਮਿਟਦੀ ਹੈ, ਨਾ ਮੈਨੂੰ ਸ਼ਾਂਤੀ ਮਿਲ ਰਹੀ ਹੈ, ਜਦੋਂ ਤੱਕ ਸਤਿਗੁਰੂ ਜੀ ਆਪ ਜੀ ਦੇ ਦਰਸ਼ਨ ਦੀਦਾਰੇ ਨਹੀਂ ਹੋ ਜਾਂਦੇ। ਇਤਿਹਾਸ ਦੇ ਪੰਨਿਆਂ ਦੇ ਉੱਤੇ ਬਹੁਤ ਸਾਰੇ ਇਹੋ ਜਿਹੇ ਗੁਰੂ ਕੇ ਸਿੱਖ ਹੋਏ ਨੇ, ਸ਼ਰਧਾਲੂ ਹੋਏ ਨੇ,
ਜਿਨ੍ਹਾਂ ਦੇ ਅੰਦਰ ਸਤਿਗੁਰਾਂ ਦੇ ਦਰਸ਼ਨਾਂ ਦੀ ਤਾਂਘ ਜਾਗੀ ਕਿ ਸਾਨੂੰ ਗੁਰੂ ਸਾਹਿਬਾਨ ਦੇ ਦਰਸ਼ਨ ਹੋ ਜਾਣ, ਤੇ ਉਹ ਫਿਰ ਪ੍ਰੇਮ ਦੇ ਵਿੱਚ ਭਿੱਜ ਕੇ ਗੁਰੂ ਸਾਹਿਬਾਨ ਨੂੰ ਚੇਤੇ ਕਰਦੇ ਨੇ। ਦੇਖੋ, ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ, ਜਿਨ੍ਹਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਣਾ ਕੀਤਾ, ਜਿੰਨੇ ਵੀ ਇਤਿਹਾਸਕ ਸਥਾਨ ਨੇ, ਉਹਨਾਂ ਇਤਿਹਾਸਕ ਸਥਾਨਾਂ ਦੇ ਉੱਤੇ ਜੋ ਕਵੀ ਸੰਤੋਖ ਸਿੰਘ ਜੀ ਵੱਲੋਂ ਲਿਖੇ ਹੋਏ ਗ੍ਰੰਥ ਨੇ, ਗੁਰਪ੍ਰਤਾਪ ਸ਼੍ਰੀ ਨਾਨਕ ਪ੍ਰਕਾਸ਼, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਇਹਨਾਂ ਦੀ ਹੀ ਕਥਾ ਹੁੰਦੀ ਹੈ। ਤੇ ਜਦੋਂ ਆਪਾਂ ਕਵੀ ਸੰਤੋਖ ਸਿੰਘ ਦਾ ਪਿਛੋਕੜ ਪੜ੍ਹਦੇ ਹਾਂ ਨਾ, ਇਹਨਾਂ ਦੇ 5 ਪੁੱਤਰ ਸਨ ਤੇ 3 ਧੀਆਂ ਸਨ। ਐਡਾ ਵੱਡਾ ਪਰਿਵਾਰ ਸੀ, 5 ਪੁੱਤਰ 3 ਧੀਆਂ, ਤੇ ਇੱਕ ਪੁੱਤਰ ਹੀ ਸੀ ਜਿਹਦਾ ਨਾਮ ਸੀ ਮਣੀ ਕੌਰ। ਉਹਨੂੰ ਮਣੀ ਕਰਕੇ ਆਖਿਆ ਜਾਂਦਾ ਸੀ। ਕਹਿੰਦੇ ਨੇ ਜਦੋਂ ਹੁਣ ਲੜਕੀ ਵਿਆਹਣਯੋਗ ਹੋਈ ਤੇ ਕਵੀ ਸੰਤੋਖ ਸਿੰਘ ਜੀ ਨੇ ਆਪਣੀ ਲੜਕੀ ਦਾ ਰਿਸ਼ਤਾ ਕੀਤਾ। ਰਿਸ਼ਤਾ ਪੱਕਾ ਹੋ ਗਿਆ, ਪਰ ਜਦੋਂ ਇਹ ਪਤਾ ਲੱਗਿਆ ਕਿ ਜਿਹੜਾ ਲੜਕਾ ਹੈ ਉਹ ਹਿੰਦੂ ਮਤ ਨਾਲ ਸੰਬੰਧਿਤ ਹੈ, ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਲਾ ਹੈ, ਤੇ ਇਸ ਤਰ੍ਹਾਂ ਗੁਰਮਤਿ ਤੋਂ ਬਿਲਕੁਲ ਉਲਟ ਕਰਮ ਕਰਦਾ ਹੈ, ਤੇ ਕਵੀ ਸੰਤੋਖ ਸਿੰਘ ਜੀ ਨੇ ਰਿਸ਼ਤੇ ਤੋਂ ਮਨਾ ਕਰਤਾ ਕਿ ਨਹੀਂ, ਮੈਂ ਆਪਣੀ ਧੀ ਇੱਥੇ ਨਹੀਂ ਤੋਰਨੀ ਹੈ। ਮੈਂ ਧੀ ਉਸ ਪਰਿਵਾਰ 'ਚ ਤੋਰ ਜਿੱਥੇ ਗੁਰੂ ਨਾਨਕ ਦੀ ਸਿੱਖੀ ਹੋਵੇ, ਜਿੱਥੇ ਗੁਰੂ ਨਾਨਕ ਦੀਆਂ ਗੱਲਾਂ ਬਾਤਾਂ ਕੀਤੀਆਂ ਜਾਣ। ਮੇਰਾ ਗੁਰੂ ਤਾਂ ਕਹਿੰਦਾ ਹੈ ਗੋਰ ਮੜੀ ਮੱਠ ਭੂਲ ਨਾ ਮਾਨੈ, ਤੇ ਇਸ ਕਰਕੇ ਮੈਂ ਆਪਣੀ ਧੀ ਨੂੰ ਕਿਵੇਂ ਉੱਥੇ ਭੇਜ ਦੇਵਾਂ। ਜਦੋਂ ਮੇਰੀ ਧੀ ਦਾ ਨਾਤਾ ਉਸ ਮਨੁੱਖ ਨਾਲ ਜੁੜੇਗਾ, ਤੇ ਉਹ ਮਨੁੱਖ ਫਿਰ ਆਪਣੇ ਆਪ ਹੀ, ਉਹ ਜਦੋਂ ਪੱਥਰਾਂ ਦੀ ਪੂਜਾ ਕਰੇਗਾ, ਮੜੀਆਂ ਦੀ ਪੂਜਾ ਕਰੇਗਾ, ਦੇਵੀ ਦੇਵਤਿਆਂ ਦੀ ਪੂਜਾ ਕਰੇਗਾ, ਤੇ ਨਾਲ ਮੇਰੀ ਧੀ ਨੂੰ ਵੀ ਕਰਨੀ ਪਵੇਗੀ। ਕਹਿੰਦੇ ਰਿਸ਼ਤੇ ਤੋਂ ਇਨਕਾਰ ਕੀਤਾ, ਝਗੜਾ ਵਧਿਆ। ਜਦੋਂ ਦਾਨੇ ਸਿਆਣੇ ਪੁਰਸ਼ ਬੈਠੇ, ਉਹ ਕਹਿਣ ਲੱਗੇ ਭਰਾਵਾ ਗੱਲ ਤਾਂ ਸਹੀ ਹੈ, ਇਹ ਕਵੀ ਸੰਤੋਖ ਸਿੰਘ ਜੀ ਇਹ ਤਾਂ ਗੁਰੂ ਦਾ ਸਿੱਖ ਹੈ, ਸਤਿਗੁਰਾਂ ਦੀ ਬਾਣੀ ਪੜ੍ਹਨ ਵਾਲਾ, ਸਿਮਰਨ ਕਰਨ ਗੁਰਸਿੱਖ ਪਰਿਵਾਰ ਹੈ। ਇੱਕ ਬਾਪ ਆਪਣੀ ਧੀ ਨੂੰ ਕਿਵੇਂ ਕਿਸੇ ਦੇ ਤੋਰਦੇ ਜਿਹੜੇ ਜਿੱਥੇ ਅਨਮਤੀਆਂ ਦੇ ਘਰ। ਤੇ ਕਹਿਣ ਲੱਗੇ ਚਲੋ ਜਿਸ ਗੁਰੂ ਨੂੰ ਤੁਸੀਂ ਮੰਨਦੇ ਹੋ। ਤੇ ਅਖੀਰ ਤੇ ਗੱਲ ਇਹ ਨਿਕਲੀ, ਜੋ ਸਾਰਿਆਂ ਨੇ ਪ੍ਰੈਸ਼ਰ ਪਾਏ, ਕੋਈ ਨਹੀਂ, ਲੜਕੀ ਵਾਲਿਆਂ ਨੂੰ ਲੜਕੇ ਵਾਲੇ ਦੀ ਗੱਲ ਮੰਨਣੀ ਪੈਂਦੀ ਹੈ। ਤੇ ਕਵੀ ਸੰਤੋਖ ਸਿੰਘ ਜੀ ਕਹਿਣ ਲੱਗੇ ਪਹਿਲਾਂ ਮੈਨੂੰ ਆਪਣੇ ਗੁਰੂ ਨੂੰ ਪੁੱਛ ਲੈਣ ਦਿਓ। ਕਹਿਣ ਦੇ ਗੁਰੂ ਨੂੰ ਕਿਉਂ ਪੁੱਛੋਗੇ? ਤੇ ਕਹਿੰਦੇ ਨੇ ਉਸ ਸਮੇਂ ਗੱਲ ਤਾਂ ਸਿਦਕ ਦੀ ਸੀ ਨਾ, ਗੁਰੂ ਉੱਤੇ ਭਰੋਸੇ ਦੀ। ਗੁਰੂ ਸਾਹਿਬਾਨ ਦੇ ਕੋਲ ਆਏ, ਪਰਚੀਆਂ ਪਾਈਆਂ, ਲੜਕੇ ਨੂੰ ਮਨਾਇਆ ਕਿ ਦੇਖ ਜੋ ਗੁਰੂ ਸਾਹਿਬਾਨ ਜੀ ਕਹਿ ਦੇਣਗੇ ਉਹ ਤੈਨੂੰ ਕਰਨਾ ਪਵੇਗਾ, ਪਹਿਲਾਂ ਵਾਅਦਾ ਕਰ। ਤੇ ਗੁਰੂ ਸਵਾਰਿਓ, ਜਦੋਂ ਗੁਰੂ ਸਾਹਿਬਾਨ ਦੇ ਚਰਨਾਂ 'ਚ 2 ਪਰਚੀਆਂ ਰੱਖੀਆਂ, ਅਰਦਾਸ ਸੋਧੀ, ਅਰਦਾਸ ਕਰਨ ਉਪਰੰਤ ਇੱਕ ਪਰਚੀ ਚੱਕੀ ਹੈ, ਤੇ ਪਰਚੀ ਵਿੱਚ ਇਹ ਲਿਖਿਆ ਹੋਇਆ ਸੀ ਕਿ ਅੰਮ੍ਰਿਤ ਛਕ ਕੇ ਸਿੰਘ ਸਜਣਾ ਕਰ। ਹੁਣ ਇੱਕ ਹਿੰਦੂ ਪਰਿਵਾਰ ਨਾਲ ਸੰਬੰਧਿਤ, ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਲਾ, ਜਦੋਂ ਗੁਰੂ ਦਾ ਹੁਕਮ ਆ ਗਿਆ ਕਿ ਅੰਮ੍ਰਿਤ ਛਕਣਾ ਪਵੇਗਾ, ਸਿੰਘ ਸਜਣਾ ਪਵੇਗਾ, ਉਸ ਲੜਕੇ ਨੇ ਵੀ ਸ਼ਰਧਾ ਨਾਲ ਸੀਸ ਝੁਕਾਤਾ। ਕਹਿਣ ਲੱਗਿਆ ਠੀਕ ਹੈ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਛਕਣ ਦੇ ਲਈ, ਤੇ ਮੈਂ ਅੰਮ੍ਰਿਤ ਛਕਣ ਲਈ ਤਿਆਰ ਹਾਂ। ਤੇ ਗੁਰੂ ਸਵਾਰਿਓ ਕਹਿੰਦੇ ਨੇ ਉਹਦਾ ਨਾਮ ਸੀ ਨੈਣਾ, ਨੈਣਾ ਉਹਦਾ ਨਾਮ ਸੀ। ਜਦੋਂ ਫਿਰ ਉਹਨੇ ਅੰਮ੍ਰਿਤ ਛਕਿਆ, ਅੰਮ੍ਰਿਤ ਛਕਣ ਤੋਂ ਬਾਅਦ ਉਸ ਲੜਕੇ ਦਾ ਨਾਮ ਰੱਖਿਆ ਗਿਆ ਨਾਰਾਇਣ ਸਿੰਘ। ਨਾਰਾਇਣ ਸਿੰਘ ਕਿਸੇ ਕਿ ਨਾਰਾਇਣ ਸਿੰਘ ਲਿਖਣਾ ਕੀਤਾ ਹੈ, ਨਾਰਾਇਣ ਸਿੰਘ ਉਹਦਾ ਨਾਮ ਰੱਖਿਆ ਗਿਆ। ਤੇ ਇਸ ਤਰ੍ਹਾਂ ਗੁਰੂ ਸਾਹਿਬ ਆਪਣੀ ਲੜਕੀ ਦੀ ਸ਼ਾਦੀ ਕੀਤੀ ਗਈ।
ਹੁਣ ਦੇਖੋ ਕਿੰਨਾ ਵਿਸ਼ਵਾਸ ਗੁਰੂ ਉੱਤੇ। ਅੱਜ ਉਸੇ ਹੀ ਕਵੀ ਸੰਤੋਖ ਸਿੰਘ ਦੀ ਲਿਖਤਾਂ ਨੂੰ ਜਿਹੜੀਆਂ ਨੇ ਉਹ ਹਰੇਕ ਗੁਰੂ ਘਰਾਂ ਦੇ ਵਿੱਚ ਉਹਦੀ ਕਥਾ ਹੁੰਦੀ ਹੈ ਸ਼ਾਮ ਵੇਲੇ, ਅਤੇ ਇੰਨਾ ਗੁਰੂ ਉੱਤੇ ਵਿਸ਼ਵਾਸ ਭਰੋਸਾ ਕਿ ਮੈਂ ਤਾਂ ਗੁਰਮਤਿ ਤੋਂ ਬਿਲਕੁਲ ਉੱਠ ਨਹੀਂ ਜਾਣਾ। ਇਹ ਵੀ ਗੁਰੂ ਦੀ ਕਿਰਪਾ ਹੀ ਹੈ। ਗੁਰੂ ਸਵਾਰਿਆ ਜਿਹੜਾ ਗੁਰਮਤਿ ਦੇ ਧਾਰਨੀ ਰਹਿਣਾ, ਗੁਰਮਤਿ ਵਿੱਚ ਆਪਣੇ ਰਹਿ ਕੇ ਜੀਵਨ ਨੂੰ ਬਤੀਤ ਕਰਨਾ, ਇਹ ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਰਿਹਾ ਜਾ ਸਕਦਾ ਹੈ। ਇਹ ਹੈ ਜੋ ਸ਼ਰਨ ਪਰੈ ਤਿਸ ਕੀ ਪਤ ਰਾਖੈ, ਜੋ ਸ਼ਰਨ ਪਰੈ ਤਿਸ ਕੀ ਪਤ ਰਾਖੈ। ਹੁਣ ਸ਼ਰਨ ਤੱਕੀ ਸੀ ਗੁਰੂ ਨਾਨਕ ਦੇ ਘਰ ਦੀ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ 10 ਪਾਤਸ਼ਾਹੀਆਂ ਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਫਿਰ ਪੱਤ ਰੱਖ ਲਈ। ਉਸ ਆਪਣੇ ਕਵੀ ਦੀ ਪੱਤ ਰੱਖਣਾ ਕੀਤੀ ਹੈ। ਕਹਿੰਦੇ ਜਾਏ ਪੁੱਛੋ ਵੇਦ ਪੁਰਾਣੀ ਹੈ। ਕਹਿੰਦੇ ਵੇਦਾਂ ਤੋਂ ਪੁਰਾਣਾਂ ਤੋਂ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹਨਾਂ ਨੂੰ ਪੜ੍ਹ ਕੇ ਦੇਖੋ, ਉਹਨਾਂ ਦੀ ਵਿਚਾਰ ਕਰਕੇ ਦੇਖੋ। ਉਹ ਇਹੀ ਆਖਣਗੇ ਕਿ ਜਿਹੜਾ ਪ੍ਰਭੂ ਦੀ ਸ਼ਰਨ ਵਿੱਚ ਆਉਂਦਾ ਹੈ, ਪ੍ਰਭੂ ਉਹਨਾਂ ਦੀ ਪੱਤ ਇੱਜ਼ਤ ਰੱਖਦਾ ਹੈ। ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ, ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤਲੇ ਛਡਾਇਆ। ਐਡੀ ਵੱਡੀ ਬਖਸ਼ਿਸ਼ ਕਰਦਾ ਉਹ। ਅਤੇ ਗੱਲ ਤਾਂ ਭਰੋਸੇ ਦੀ ਹੈ, ਵਿਸ਼ਵਾਸ ਦੀ ਹੈ, ਅਤੇ ਉਸ ਮਾਲਕ ਦੀ ਸ਼ਰਨ ਤੱਕਣ ਦੀ ਹੈ। ਜਦੋਂ ਅਸੀਂ ਮਾਲਕ ਉੱਤੇ ਭਰੋਸਾ ਰੱਖਾਂਗੇ ਅਤੇ ਮਾਲਕ ਨੇ ਆਪਣੇ ਆਪ ਹੀ ਸਾਡੇ ਉੱਤੇ ਬਖਸ਼ਿਸ਼ ਕਰਨੀ ਹੈ। ਜਿਸ ਹਰ ਸੇਵਾ ਲਾਏ ਸੋਈ ਜਨ ਲਾਗੈ, ਗੁਰ ਕੈ ਸ਼ਬਦ ਭਰਮ ਭਉ ਭਾਗੈ। ਅਗਲਾ ਸਵਾਲ ਪਾਤਸ਼ਾਹ ਜੀ ਨੂੰ ਕੀਤਾ ਗਿਆ ਕਿ ਪਾਤਸ਼ਾਹ ਜੀ ਕੀ ਸਾਰੇ ਉਸ ਮਾਲਕ ਦੀ ਸੇਵਾ ਕਰ ਸਕਦੇ ਨੇ? ਸਾਰੇ ਉਹਦੀ ਸੇਵਾ ਕਰ ਸਕਦੇ ਨੇ? ਅਤੇ ਪਾਤਸ਼ਾਹ ਕਹਿੰਦੇ ਨਹੀਂ ਭਾਈ, ਜਿਹਦੇ ਉੱਤੇ ਉਹ ਮਾਲਕ ਬਖਸ਼ਿਸ਼ ਕਰਦਾ ਹੈ, ਹਰੀ ਵਾਹਿਗੁਰੂ ਆਪ ਸੇਵਾ ਚਲਾਉਂਦਾ, ਉਹੀ ਫਿਰ ਸੇਵਾ ਕਰਦਾ ਹੈ। ਸੋਈ ਜਨ ਲਓ ਜਨ ਪਿਆਰਾ, ਫਿਰ ਮਾਲਕ ਦੀ ਸੇਵਾ ਵਿੱਚ ਲੱਗਦਾ ਹੈ। ਉਹ ਫਿਰ ਗੁਰੂ ਦੇ ਸ਼ਬਦ ਦਾ ਅਭਿਆਸ ਕਰਦਾ, ਉਹਦੇ ਅੰਦਰੋਂ 5 ਪ੍ਰਕਾਰ ਦਾ ਭਰਮ, 7 ਪ੍ਰਕਾਰ ਦਾ ਡਰ, ਇਹ ਸਾਰਾ ਹੀ ਦੂਰ ਹੋ ਜਾਂਦਾ ਹੈ। ਪਰ ਸੇਵਾ ਵੀ ਵਾਹਿਗੁਰੂ ਆਪ ਹੀ ਕਰਦਾ ਹੈ। ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਾਹ ਲੁਡਾਈ ਹੈ। ਸੇਵਾ ਵੀ ਉਹ ਮਾਲਕ ਆਪ ਹੀ ਕਰਾਉਂਦਾ ਹੈ। ਸੇਵਾ ਉਸ ਮਾਲਕ ਦੀ ਕਿਰਪਾ ਤੋਂ ਨਹੀਂ ਹੋ ਸਕਦੀ ਹੈ, ਕਿਉਂਕਿ ਤੇਰੀ ਸੇਵਾ ਜਿਸ ਨੂੰ ਆਪ ਕਰਾਏ, ਕਹਿੰਦੇ ਜੇ ਤੋਂ ਪਰਮਾਤਮਾ ਤੂੰ ਆਪ ਕਰਾਉਂਦਾ, ਉਹੀ ਤੇਰੀ ਸੇਵਾ ਕਰ ਸਕਦਾ ਹੈ। ਜਿਸ ਹਰ ਸੇਵਾ ਲਾਏ, ਜਿਹਨੂੰ ਹਰੀ ਆਪਣੀ ਸੇਵਾ ਵਿੱਚ ਲਾਉਂਦਾ ਹੈ, ਉਹੀ ਸੋਈ ਜਨ ਲਾਗੈ, ਉਹੀ ਪਰਮਾਤਮਾ ਫਿਰ ਤੇਰੇ ਸਿਮਰਨ ਵਿੱਚ ਲੱਗਦੇ ਹਨ। ਉਹਨੂੰ ਆਪ ਜੀ ਗੁਰੂ ਨਾਲ ਮਿਲਾ ਦਿੰਦੇ ਨੇ। ਗੁਰੂ ਸਾਹਿਬਾਨ ਜੀ ਦੇ ਉੱਤੇ ਬਖਸ਼ਿਸ਼ ਕਰਦੇ, ਸ਼ਬਦ ਦਾ ਉਪਦੇਸ਼ ਦਿੰਦੇ ਨੇ। ਉਹ ਸ਼ਬਦ ਦੇ ਲੜ ਲੱਗ ਕੇ ਉਹਦੇ ਅੰਦਰੋਂ ਫਿਰ ਭਰਮ, 5 ਪ੍ਰਕਾਰ ਦਾ ਭਰਮ, 7 ਪ੍ਰਕਾਰ ਦਾ ਡਰ ਇਤਿਆਦਿਕ, ਇਹ ਸਾਰਾ ਖਤਮ ਹੋ ਜਾਂਦਾ ਹੈ। ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉਂ ਕਮਲ ਰਹਿ ਵਿੱਚ ਪਾਣੀ ਹੈ। ਹੁਣ ਸਤਿਗੁਰੂ ਜੀ ਨੇ ਜੋ ਅਗਲਾ ਵਚਨ ਕੀਤਾ ਹੈ, ਉਸ ਵਚਨ ਵਿੱਚ ਜੋ ਉਸ ਸਮੇਂ ਹਿੰਦੁਸਤਾਨ ਦੇ ਲੋਕਾਂ ਦੀ ਹਾਲਤ ਸੀ ਨਾ, ਉਹ ਪਾਤਸ਼ਾਹ ਨੇ ਵਰਣਨ ਕੀਤੀ ਹੈ। ਕਿਉਂਕਿ ਆਮ ਤੌਰ 'ਤੇ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਲੋਕ ਭਗਤੀ ਮਾਰਗ 'ਤੇ ਚੱਲਦੇ ਸੀ, ਉਦੋਂ ਆਪਣਾ ਘਰ-ਬਾਰ ਛੱਡ ਕੇ ਕੋਈ ਜੰਗਲ ਵਾਸੀ ਬਣ ਜਾਂਦਾ ਸੀ, ਕੋਈ ਪਰਬਤ ਵਾਸੀ ਬਣ ਜਾਂਦਾ ਸੀ, ਕੋਈ ਨਦੀਆਂ ਦਰਿਆਵਾਂ ਦੇ ਕਿਨਾਰੇ ਜਾ ਕੇ ਬੈਠ ਤੀਰਥ ਵਾਸੀ ਬਣ ਜਾਂਦਾ ਸੀ, ਅਤੇ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਦਿੰਦਾ ਸੀ। ਆਪਣੀ ਜਿਹੜੀ ਜ਼ਿੰਮੇਵਾਰੀ ਸੀ, ਬੱਚਿਆਂ ਦੀ ਪਾਲਣਾ ਪੋਸ਼ਣਾ ਕਰਨੀ,
ਪਰਿਵਾਰ ਨੂੰ ਸੰਭਾਲਣਾ। ਹਾਲਾਂਕਿ ਸੰਭਾਲਣ ਵਾਲਾ ਪਰਮੇਸ਼ਰ ਹੈ, ਪਰ ਇੱਕ ਜ਼ਿੰਮੇਵਾਰੀ ਪਰਮਾਤਮਾ ਨੇ ਲਾਈ ਹੋਈ। ਅਸੀਂ ਜਰੀਆ ਬਣੇ ਹੋਏ ਹੈ। ਪਰਮਾਤਮਾ ਸਾਰਿਆਂ ਦੀ ਪਾਲਣਾ ਕੋ ਜਰੀਆ ਅਸੀਂ ਨੇ, ਅਤੇ ਸਾਡੇ ਰਾਹੀਂ ਸਾਡੇ ਬੱਚਿਆਂ ਦੇ ਸਾਡੇ ਤੱਕ ਭੋਜਨ ਪਹੁੰਚ ਰਿਹਾ ਹੈ। ਅਤੇ ਉਦੋਂ ਲੋਕ ਆਪਣੇ ਆਪਣੇ ਘਰਾਂ ਨੂੰ ਛੱਡ ਕੇ ਜੰਗਲਾਂ ਵਿੱਚ ਜਾ ਕੇ ਬੈਠ ਗਏ, ਕੋਈ ਪਹਾੜਾਂ ਉੱਤੇ ਜਾ ਕੇ ਬੈਠ ਗਏ। ਅਤੇ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਫਿਰ ਬੇਨਤੀ ਕੀਤੀ ਕਿ ਪਾਤਸ਼ਾਹ ਜੀ, ਕਿ ਗ੍ਰਸਤ ਮਾਰਗ ਵਿੱਚ ਰਹਿੰਦਿਆਂ ਹੋਇਆਂ ਪਰਮੇਸ਼ਰ ਦੀ ਇਬਾਦਤ ਕਿਵੇਂ ਹੋ ਸਕਦੀ ਹੈ? ਲੋਕ ਤਾਂ ਆਪਣਾ ਘਰ-ਬਾਰ, ਜਿਸ ਨੇ ਵੀ ਆਪਣਾ ਘਰ-ਬਾਰ ਛੱਡਿਆ ਉਹਨੇ ਪਰਮਾਤਮਾ ਦੀ ਬੰਦਗੀ ਕੀਤੀ ਹੈ। ਅਤੇ ਪਰਿਵਾਰ ਵਿੱਚ ਤਾਂ ਬੜੇ ਸਤਿਗੁਰੂ ਝੰਬੇਲੇ ਹੁੰਦੇ ਨੇ, ਅਤੇ ਬੱਚਿਆਂ ਦੀ ਪਾਲਣਾ ਪੋਸ਼ਣਾ ਕਰਨੀ, ਅਤੇ ਉਹ ਹੋਰ ਲੋੜਾਂ ਪੂਰੀਆਂ ਕਰਨੀਆਂ। ਇਹਦੇ ਵਿੱਚ ਹੀ ਸਾਰਾ ਜੀਵ ਆਪਣਾ ਜੀਵਨ ਬਤੀਤ ਕਰ ਦਿੰਦਾ ਹੈ। ਅਤੇ ਗੁਰੂ ਸਾਹਿਬਾਨ ਜੀ ਕਹਿੰਦੇ ਨਹੀਂ, ਗੁਰਮਤਿ ਵਿੱਚ ਨਹੀਂ ਹੈ। ਹੋਰ ਅਨਮਤੀਆਂ ਦੀ ਮੱਤ ਅਨੁਸਾਰ ਇਹ ਠੀਕ ਹੈ, ਪਰ ਗੁਰਮਤਿ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਹੈ। ਗੁਰਮਤਿ ਵਿੱਚ ਕੀ ਹੈ? ਵਿੱਚੇ ਗ੍ਰਹਿ ਸਦਾ ਰਹਿ ਉਦਾਸੀ। ਆਪਣੇ ਗ੍ਰਹਿ ਘਰ ਦੇ ਵਿੱਚ ਰਹਿਣਾ ਹੈ, ਗ੍ਰਸਤ ਜੀਵਨ ਨੂੰ ਬਤੀਤ ਕਰਨਾ ਹੈ, ਅਤੇ ਗ੍ਰਸਤ ਜੀਵਨ ਬਤੀਤ ਕਰਦਿਆਂ ਹੋਇਆਂ ਬੱਚਿਆਂ ਦੀ ਪਾਲਣਾ ਪੋਸ਼ਣਾ ਵੀ ਕਰਨੀ ਹੈ, ਅਤੇ ਨਾਲੇ ਸੰਸਾਰ ਵੱਲੋਂ ਉਪਰਾਮ ਵੀ ਰਹਿਣਾ ਹੈ। ਸਾਰੇ ਕਾਰ ਵਿਹਾਰ ਕਰਨੇ ਨੇ, ਪਰ ਰਹਿਣਾ ਉਦਾਸ ਹੈ। ਕਿਵੇਂ ਰਹਿਣਾ? ਜਿਉਂ ਕਮਲ ਰਹਿ ਵਿੱਚ ਪਾਣੀ, ਜੇ ਪਾਣੀ ਵਿੱਚ ਕਮਲ ਰਹਿੰਦਾ, ਇਸੇ ਤਰ੍ਹਾਂ ਆਪਣਾ ਜੀਵਨ ਬਤੀਤ ਕਰਨਾ ਹੈ। ਅਤੇ ਗੁਰੂ ਨੇ ਪਤਾ ਨਹੀਂ ਕਦੋਂ ਕਿਹਦੇ ਉੱਤੇ ਕਿਸ ਸਮੇਂ ਬਖਸ਼ਿਸ਼ ਕਰ ਦੇਣੀ ਹੈ। ਅਤੇ ਗੁਰੂ ਉੱਤੇ ਸਾਨੂੰ ਵਿਸ਼ਵਾਸ ਦੀ, ਭਰੋਸੇ ਦੀ ਲੋੜ ਹੈ। ਅਤੇ ਇਸ ਤਰ੍ਹਾਂ ਗੁਰੂ ਸਰੇ ਆਪਣੇ ਪਰਿਵਾਰ ਵਿੱਚ ਰਹਿ ਕੇ ਹੀ ਉਸ ਮਾਲਕ ਦੀ ਇਬਾਦਤ ਕੀਤੀ ਜਾ ਸਕਦੀ ਹੈ। ਵਿੱਚ ਹੋਮੈ ਸੇਵਾ ਥਾਏ ਨ ਪਾਏ, ਜਨਮ ਮਰੈ ਫਿਰ ਆਵੈ ਜਾਏ। ਹੁਣ ਸਤਿਗੁਰੂ ਜੀ ਸੇਵਾ ਦੇ ਪਰਥਾਏ ਉਹਨਾਂ ਲੋਕਾਂ ਦੀ ਵੀ ਗੱਲ ਕਰਦੇ ਨੇ, ਜਿਵੇਂ ਦਾਸ ਨੇ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਮਨੁੱਖ ਜਦੋਂ ਗੁਰੂ ਘਰ ਵੇਖਿਆ ਕੇ ਸੇਵਾ ਕਰਦਾ ਨਾ, ਕਈ ਵਾਰੀ ਐਸਾ ਹੁੰਦਾ ਏ ਕਿ ਮਨ 'ਚ ਇਹ ਹੰਕਾਰ ਆ ਜਾਂਦਾ ਕਿ ਮੈਂ ਗੁਰੂ ਘਰ ਦੀ ਸੇਵਾ ਕਰਦਾ, ਅਤੇ ਜਿਹੜੀ ਉਹ ਸੋਮੈ ਵਿੱਚ ਕੀਤੀ ਹੋਈ ਸੇਵਾ ਹੈ ਨਾ, ਉਹ ਸਤਿਗੁਰ ਦੇ ਦਰ 'ਤੇ ਥਾਂ ਨਹੀਂ ਪੈਂਦੀ ਹੈ। ਸੇਵਾ ਕਰਨ ਦੇ ਲਈ ਤੇ ਅੰਦਰ ਨਿਮਰਤਾ ਹੋਣੀ ਚਾਹੀਦੀ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ, ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਾਮਨਾ ਤੋਂ ਰਹਿਤ ਹੋਣਾ, ਨਿਮਾਣੇ ਬਣ ਕੇ ਸੇਵਾ ਕਰਨੀ। ਜਦੋਂ ਆਪਾਂ ਗੁਰੂ ਸਾਹਿਬਾਨ ਦਾ ਜੀਵਨ ਪੜ੍ਹਦੇ ਆ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੱਕ ਕਿੰਨੇ ਸਿੱਖ ਹੋਏ ਨੇ ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਕੀਤੀ, ਕਦੇ ਆਪਣਾ ਆਪ ਨਹੀਂ ਜਣਾਇਆ, ਕਦੇ ਨਹੀਂ ਜਣਾਣਾ ਕੀਤਾ। ਭਾਈ ਮਾਨ ਜੀ ਦਾ ਜੀਵਨ ਪੜ੍ਹ ਲਵੋ, ਕਿੱਡੀ ਵੱਡੀ ਪਰਖ ਹੋਈ ਹੈ। ਪਰ ਜਦੋਂ ਸੇਵਾ ਕਦੇ ਆਪਣਾ ਆਪ ਨਹੀਂ ਜਣਾਇਆ, ਅਤੇ ਪਾਤਸ਼ਾਹ ਨੇ ਕਹਿ ਦਿੱਤਾ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਤਾ ਜਗ ਲੰਘਣ ਹਾਰਾ। ਫਿਰ ਭਾਈ ਬਹਿਲੋ ਜੀ ਨੇ ਸੇਵਾ ਕੀਤੀ ਹੈ। ਸਤਿਗੁਰੂ ਸੇਵਾ ਤੋਂ ਪ੍ਰਸੰਨ ਹੋਏ, ਕਹਿਣ ਲੱਗੇ, ਭਾਈ ਬਹਿਲੋ ਸਭ ਤੋਂ ਪਹਿਲੋ। ਕਿੱਡੀਆਂ ਵੱਡੀਆਂ ਬਖਸ਼ਿਸ਼ਾਂ ਨੇ। ਕਿੰਨੇ ਸਿੱਖਾਂ ਦੀ ਆਪਾਂ ਗੱਲ ਕਰੀਏ, ਹੁਣ ਭਾਈ ਮਰਦਾਨਾ ਜੀ ਦੀ ਸੇਵਾ ਥੋੜ੍ਹੀ ਸੀ। ਜੇ ਆਪਾਂ ਦੇਖੀਏ, ਜਦੋਂ ਭਾਈ ਮਰਦਾਨਾ ਜੀ ਦਾ ਆਪਾਂ ਜੀਵਨ ਪੜ੍ਹਦੇ ਹਾਂ ਨਾ, ਅਤੇ ਸਾਡੇ ਇਤਿਹਾਸਕਾਰ ਨੇ ਭਾਈ ਮਰਦਾਨੇ ਜੀ ਨਾਲ ਬੜੀ ਨਾਇਨਸਾਫੀ ਕੀਤੀ ਹੈ। ਉਹਨੂੰ ਇੱਕ ਹਾਸ ਰਸ ਦੇ ਮੁੱਖ ਵਿੱਚ ਵੀ ਉਹਨੂੰ ਪੇਸ਼ ਕੀਤਾ ਗਿਆ ਕਿ ਮਰਦਾਨੇ ਨੂੰ ਭੁੱਖ ਲੱਗ ਗਈ ਜੀ। ਗੁਰੂ ਨਾਨਕ ਸਾਹਿਬ ਉਹ ਭਾਈ ਮਰਦਾਨਾ ਰੁੱਸ ਕੇ ਚਲੇ ਗਏ, ਅਤੇ ਅੱਗੋਂ ਮਰਦਾਨਾ ਪਕੜਿਆ ਗਿਆ। ਭਾਈ ਗੁਰੂ ਨਾਨਕ ਸਾਹਿਬ ਮਹਾਰਾਜ ਜਾ ਕੇ ਛਡਾਉਂਦੇ ਨਹੀਂ। ਮਰਦਾਨਾ ਜੀ ਨੇ ਬੜਾ ਲੰਮਾ ਸਮਾਂ
ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੰਗਤ ਕੀਤੀ ਹੋਵੇ, ਉਹ ਭਾਈ ਮਰਦਾਨਾ ਜੀ ਬੜੇ ਚੜ੍ਹਦੀ ਕਲਾ ਵਾਲੇ ਜੀਵਨ ਵਾਲੇ ਹੋਣ। ਕਿਉਂਕਿ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਬਾਣੀ ਉਚਾਰਨ ਕਰਦੇ ਨੇ, ਭਾਈ ਮਰਦਾਨੇ ਦੀ ਰਵਾਵ ਤੋਂ ਬਿਨਾਂ ਸਤਿਗੁਰਾਂ ਦੀ ਬਾਣੀ ਸੰਸਾਰ ਵਿੱਚ ਨਹੀਂ ਆਈ। ਕਿਉਂਕਿ ਬਾਣੀ ਜਦੋਂ ਗੁਰੂ ਨਾਨਕ ਬਾਣੀ ਉਚਾਰੀ ਹੈ ਨਾ, ਤੇ ਸਾਧੂਆਂ ਗਾ ਕੇ ਉਚਾਰਨ ਕੀਤੀ ਹੈ, ਇਹ ਨਹੀਂ ਕਵਿਤਾ ਲਿਖ ਦਿੱਤੀ ਨਹੀਂ। ਜਦੋਂ ਧੁਰੋਂ ਦਰਗਾਹੋਂ ਬਾਣੀ ਆਈ ਤੇ ਪਾਤਸ਼ਾਹ ਗਾਉਂਦੇ ਸਨ ਰਾਗਾਂ ਦੇ ਵਿੱਚ, ਤੇ ਭਾਈ ਮਰਦਾਨੇ ਨੂੰ ਕਹਿੰਦੇ ਰਵਾਬ ਵਜਾਣਾ ਕਰ, ਤੇ ਰਵਾਬ ਤੋਂ ਬਿਨਾਂ ਗਾਈ ਨਹੀਂ ਜਾ ਸਕਦੀ ਸੀ। ਤੇ ਪਹਿਲਾਂ ਵੀ ਦਾਸ ਨੇ ਬੇਨਤੀ ਕੀਤੀ, ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਹੜਾ ਜੀਵਨ ਹੈ ਭਾਈ ਮਰਦਾਨੇ ਤੋਂ ਬਿਨਾਂ ਅਧੂਰਾ ਸੀ। ਜੇ ਭਾਈ ਮਰਦਾਨ ਜੇ ਗੁਰੂ ਨਾਨਕ ਦਾ ਆਪਾਂ ਜ਼ਿਕਰ ਕਰਾਂਗੇ ਨਾ, ਤੇ ਭਾਈ ਮਰਦਾਨੇ ਜੀ ਦਾ ਜ਼ਿਕਰ ਨਾਲ ਹੀ ਹੋਵੇਗਾ। ਭਾਈ ਮਰਦਾਨੇ ਦੇ ਜੀਵਨ ਦੀ ਇੱਕ ਇਤਿਹਾਸਕ ਘਟਨਾ ਹੈ। ਕਹਿੰਦੇ ਨੇ ਕਿਉਂਕਿ ਜਾਤ ਦੇ ਮਰਾਸੀ ਸੀ ਭਾਈ ਮਰਦਾਨਾ ਜੀ, ਉਹਨਾਂ ਦੇ ਜੀਵਨ ਦੇ ਵਿੱਚ ਕਹਿੰਦੇ ਆਪਣੇ ਪਰਿਵਾਰ 'ਚ ਬੈਠੇ ਹੋਏ ਨੇ। ਇੱਕ ਦਿਨ ਘਰ ਵਾਲੀ ਕਹਿਣ ਲੱਗੀ ਕਿ ਪਤੀ ਜੀ, ਤੁਸੀਂ ਨਿਤਾ ਪ੍ਰਤੀ ਇਹ ਆਖਦੇ ਹੋ ਕਿ ਮੇਰੇ ਗੁਰੂ ਨਾਨਕ, ਮੇਰੇ ਗੁਰੂ ਨਾਨਕ। ਮੈਂ ਮੰਨਦੀ ਹਾਂ ਕਿ ਧੰਨ ਗੁਰੂ ਨਾਨਕ ਦੇ ਮਹਾਰਾਜ ਤੁਹਾਡੇ ਮਿੱਤਰ ਨੇ, ਤੁਹਾਡੇ ਨਾਲ ਨੇ, ਉਮਰ ਵਿੱਚ ਬੇਸ਼ੱਕ ਛੋਟੇ ਨੇ, ਪਰ ਤੁਹਾਡੇ ਨਾਲ ਅਥਾਹ ਪ੍ਰੇਮ ਹੈ। ਤੇ ਪਤੀ ਜੀ, ਕਦੇ ਇਹ ਹੋਇਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਸਾਡੇ ਘਰ ਦੇ ਵਿੱਚ ਆਉਣ ਤੇ ਪ੍ਰਸ਼ਾਦਾ ਛਕਣ? ਲੋਕਾਂ ਦੇ ਘਰ ਦਾ ਪਾਤਸ਼ਾਹ ਗਏ ਨੇ, ਪਰ ਕਦੇ ਇਹ ਨਹੀਂ ਹੋਇਆ ਕਿ ਇੱਥੋਂ ਇਹ ਸਿੱਧ ਹੁੰਦਾ ਕਿ ਆਪਾਂ ਹੈ ਤਾਂ ਜਾਤ ਦੇ ਮਰਾਸੀ ਨੇ, ਸਾਡੇ ਨਾਲ ਫਰਕ ਕੀਤਾ ਜਾਂਦਾ ਹੈ। ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਭਗਵਾਨੇ ਮੈਨੂੰ ਤਾਂ ਇਸ ਗੱਲ ਦਾ ਖਿਆਲ ਹੀ ਨਹੀਂ ਆਇਆ, ਚੱਲ ਤੂੰ ਪ੍ਰਸ਼ਾਦਾ ਤਿਆਰ ਕਰ, ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਾ ਕੇ ਬੇਨਤੀ ਕਰਦਾ ਕਿ ਸਤਿਗੁਰੂ ਜੀ ਅੱਜ ਦਾ ਪ੍ਰਸ਼ਾਦਾ ਸਾਡੇ ਘਰ ਛਕਣਾ ਹੈ। ਕਹਿੰਦੇ ਇਸ ਤਰ੍ਹਾਂ ਗੱਲਾਂ ਬਾਤਾਂ ਕਰ ਰਹੇ ਨੇ, ਐਨੇ ਚਿਰ ਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਵਿਚਰਦੇ ਹੋਏ ਰਸਤੇ ਵਿੱਚ ਭਾਈ ਮਰਦਾਨੇ ਦੇ ਘਰ ਵੱਲ ਨੂੰ ਆ ਰਹੇ ਨੇ। ਜਦੋਂ ਭਾਈ ਮਰਦਾਨਾ ਜੀ ਦਰਵਾਜ਼ੇ ਤੋਂ ਬਾਹਰ ਨਿਕਲੇ, ਦੇਖਿਆ ਸਾਹਮਣੇ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਮਹਾਰਾਜ, ਤੇ ਭਾਈ ਮਰਦਾਨਾ ਜੀ ਦੇਖ ਕੇ ਹੈਰਾਨ ਹੋ ਗਏ। ਤੇ ਗੁਰੂ ਨਾਹਰੇ ਭਾਈ ਮਰਦਾਨਾ ਜੀ ਨੇ ਬੇਨਤੀ ਕਰਨੀ ਹੈ, ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਆਖਣ ਲੱਗੇ, ਭਾਈ ਮਰਦਾਨਾ ਜੀ ਸਾਨੂੰ ਬੜੀ ਭੁੱਖ ਲੱਗੀ ਹੋਈ ਹੈ, ਪ੍ਰਸ਼ਾਦਾ ਤਿਆਰ ਕਰੋ। ਸਾਨੂੰ ਬੜੀ ਭੁੱਖ ਲੱਗੀ ਹੈ, ਪ੍ਰਸ਼ਾਦਾ ਤਿਆਰ ਕਰੋ। ਜਦੋਂ ਭਾਈ ਮਰਦਾਨੇ ਜੀ ਨੇ ਇਹ ਬੋਲ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੁਣੇ, ਤੇ ਗੁਰੂ ਸਵਾਰਿਓ ਸਤਿਗੁਰ ਦੇ ਚਰਨ ਪਕੜ ਲਏ ਕਿ ਹੇ ਦੀਨ ਦੁਨੀਆ ਦੇ ਮਾਲਕ, ਤੂੰ ਸਾਡੇ ਦਿਲਾਂ ਦੀ ਜਾਣਦਾ ਹੈ। ਜਿਹੜੀ ਵਿਚਾਰ ਸਾਡੇ ਘਰ ਦੇ ਵਿੱਚ ਹੋ ਰਹੀ ਸੀ ਉਹ ਤੇਰੇ ਤੱਕ ਪਹੁੰਚੀ ਹੈ। ਤੈਂ ਸਾਡੀਆਂ ਗੱਲਾਂ ਬਾਤਾਂ ਸੁਣ ਕੇ ਤੂੰ ਆਪ ਮਾਲਕ ਜੀ ਸਾਡੇ ਘਰ ਚੱਲ ਕੇ ਆਇਆ। ਕਈ ਇਤਿਹਾਸਕਾਰ ਇਹ ਵੀ ਲਿਖਦੇ ਨੇ, ਕਹਿੰਦੇ ਭਾਈ ਮਰਦਾਨਾ ਜੀ ਪ੍ਰਸ਼ਾਦਾ ਛਕ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਹੁੰਚ ਗਏ। ਕਹਿੰਦੇ ਜਦੋਂ ਪ੍ਰਸ਼ਾਦਾ ਛਕਦੇ ਸਨ, ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਨੂੰ ਪ੍ਰਸ਼ਾਦਾ ਪਰੋਸਣ ਲੱਗੇ, ਤੇ ਸਤਿਗੁਰੂ ਕਹਿਣ ਲੱਗੇ, ਨਹੀਂ ਭਾਈ ਮਰਦਾਨਾ ਜੀ ਅਸੀਂ ਇੱਕ ਥਾਲ ਵਿੱਚ ਛਕ ਲੈਣਾ ਹੈ, ਤੂੰ ਮੇਰਾ ਭਰਾ ਹੈ। ਇਹੋ ਜਿਹੀਆਂ ਇਤਿਹਾਸਕ ਸਾਖੀਆਂ ਵੀ ਇਸ ਇਤਿਹਾਸ ਵਿੱਚ ਮਿਲਦੀਆਂ ਨੇ। ਸੋ ਕਹਿਣ ਦਾ ਭਾਵ ਗੁਰੂ ਨਾਨਕ ਪਾਤਸ਼ਾਹ ਅਥਾਹ ਪ੍ਰੇਮ ਸੀ ਭਾਈ ਮਰਦਾਨਾ ਜੀ ਨਾਲ। ਇਹ ਹੈ ਸਤਿਗੁਰ ਦੀ ਸੇਵਾ ਕਰਨ ਦਾ ਫਲ। ਜਿੱਥੇ ਹੱਥੀਂ ਸੇਵਾ ਕਰਨੀ, ਗੁਰੂ ਕੀ ਸੰਗਤ ਕਰਨੀ, ਇਹ ਵੀ ਸੇਵਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ, ਪਰ ਜੇ ਸੇਵਾ ਕਰਦੇ ਹਾਂ ਮਨ ਵਿੱਚ ਹਉਮੈ ਆ ਜਾਵੇ, ਹੰਕਾਰ ਆ ਜਾਵੇ, ਕਹਿੰਦੇ ਫਿਰ ਸੱਚ ਜਾਣਿਓ ਉਸ ਜੀਵ ਨੂੰ ਥਾਂ ਨਹੀਂ ਮਿਲਦੀ ਹੈ, ਉਹਦੀ ਕੀਤੀ ਹੋਈ ਸੇਵਾ ਥਾਂ ਹੀ ਨਹੀਂ ਪੈਂਦੀ ਹੈ। ਵਿੱਚ ਹਉਮੈ ਸੇਵਾ ਥਾਂ ਨਾ ਪਾਏ, ਉਹ ਕਹਿੰਦੇ ਵਿੱਚ ਹਉਮੈ ਰਾਹੀਂ ਕੀਤੀ ਹੋਈ ਸੇਵਾ ਥਾਂ ਹੀ ਨਹੀਂ ਪੈਂਦੀ ਹੈ। ਤੇ ਜਨਮ ਮਰੈ ਫਿਰ ਆਵੈ, ਜਾਂ ਜਨਮ ਲੈ ਕੇ ਆਇਆ, ਮਰ ਕੇ ਚਲਿਆ ਗਿਆ, ਫਿਰ ਜਨਮ ਲਿਆ, ਫਿਰ ਆਵਾ ਗਾਉਣ ਦੇ ਚੱਕਰ ਇਸ ਤਰ੍ਹਾਂ ਲੱਗਿਆ ਰਿਹਾ। ਇਸ ਤਰ੍ਹਾਂ ਉਹ ਜੀਵ ਮੁਕਤ ਨਹੀਂ ਹੋ ਸਕਦਾ ਹੈ। ਸੋ ਤਪ ਪੂਰਾ ਸਾਈ ਸੇਵਾ,
ਜੋ ਹਰ ਮੇਰੇ ਮਨ ਭਾਣੀ ਹੈ ਸੋ ਤਪ ਪੂਰਾ। ਉਹ ਕਹਿੰਦੇ ਤਪ ਕੀਤਾ ਹੋਇਆ ਪੂਰਾ ਹੈ, ਉਹ ਸਾਈਂ ਦੀ ਸੇਵਾ ਕੀਤੀ ਹੋਈ ਥਾਂ ਪੈਂਦੀ ਹੈ। ਕਿਹੜੀ? ਜੋ ਹਰ ਮੇਰੇ ਮਨ ਭਾਣੀ ਹੈ, ਜਿਹੜੀ ਕੀਤੀ ਹੋਈ ਸੇਵਾ ਹਰੀ ਨੂੰ ਭਾਣੀ ਚੰਗੀ ਲੱਗੇ, ਹਰੀ ਦੇ ਮਨ ਨੂੰ ਚੰਗੀ ਲੱਗੇ। ਅਸਲ ਵਿੱਚ ਉਹ ਸੇਵਾ ਕੀਤੀ ਹੋਈ ਪ੍ਰਵਾਨ ਹੈ। ਅਤੇ ਉਹ ਜਦੋਂ ਇਹੋ ਜਿਹੀ ਸੇਵਾ ਕਰਾਂਗੇ ਫਿਰ ਗੁਰੂ ਦੇ ਦਰ ਤੋਂ ਸਾਡੀਆਂ ਝੋਲੀਆਂ ਭਰ ਜਾਣਗੀਆਂ, ਕਿਸੇ ਪ੍ਰਕਾਰ ਦੀ ਕਮੀ ਨਹੀਂ ਰਹੇਗੀ। ਅਤੇ ਇਸ ਕਰਕੇ ਹਰੀ ਦੀ ਸੇਵਾ ਕਰਨੀ। ਹਰੀ ਦੀ ਸੇਵਾ ਕਰਨ ਤੋਂ ਭਾਵ ਕੀ ਹੈ? ਇੱਕ ਪਾਸੇ ਆਪਾਂ ਗੁਰੂ ਦੇ ਦਰ 'ਤੇ ਝਾੜੂ ਵੀ ਲਾਈਏ, ਪੋਚਾ ਵੀ, ਲੰਗਰਾਂ ਵਿੱਚ ਵੀ ਲੰਗਰ ਵਰਤਾਣਾ ਕਰੀਏ, ਪ੍ਰਸ਼ਾਦਾ ਬਣਾ, ਆਟਾ ਗੁੰਨ ਲਈਏ, ਇਤਿਆਦਿਕ ਸਾਰੀਆਂ ਸੇਵਾਵਾਂ ਕਰੀਏ। ਦੂਜੇ ਪਾਸੇ ਗੁਰੂ ਪਾਤਸ਼ਾਹ ਆਖਣ ਕਿ ਸਿੱਖਾ ਆਹ ਕੰਮ ਕਰ, ਉਹ ਕਰਨ ਲਈ ਆਪਾਂ ਤਿਆਰ ਨਾ ਹੋਈਏ, ਕੀ ਫਿਰ ਸਾਡੀ ਕੀਤੀ ਹੋਈ ਸੇਵਾ ਥਾਂ ਪਵੇਗੀ? ਨਹੀਂ ਗੁਰੂ ਸਵਾਰਿਓ। ਗੁਰੂ ਪਾਤਸ਼ਾਹ ਦਾ ਸਭ ਤੋਂ ਪਹਿਲਾਂ ਸਾਨੂੰ ਇਹ ਹੁਕਮ ਹੈ ਕਿ ਸਿੱਖ ਨੇ ਜਦੋਂ ਸੇਵਾ ਕਰਨੀ ਹੈ, ਸੇਵਾ ਕਰਦਿਆਂ ਸਿੱਖ ਨੇ ਨਾਲ ਗੁਰੂ ਵਾਲਾ ਬਣਨਾ ਵੀ ਜ਼ਰੂਰੀ ਹੈ। ਗੁਰੂ ਦੀ ਮੱਤ ਦਾ ਧਾਰਨੀ ਵੀ ਬਣਨਾ ਜ਼ਰੂਰੀ ਹੈ। ਹਾਂ, ਜਿੰਨੀ ਆਪਾਂ ਗੁਰੂ ਘਰ ਸੇਵਾ ਕਰਾਂਗੇ ਓਨਾ ਸਮਾਂ ਸਾਡਾ ਲੇਖੇ ਵਿੱਚ ਲੱਗੇਗਾ। ਕੀਤਾ ਹੋਇਆ ਪੁੰਨ ਦਾਨ ਉਹ ਮਾਲਕ ਦੇ ਦਰ 'ਤੇ ਪ੍ਰਵਾਨ ਹੋਵੇਗਾ। ਅਤੇ ਜਿਹੜੇ ਘਰ ਦੇ ਜਿਸ ਭੰਡਾਰਿਆਂ ਵਿੱਚੋਂ ਆਪਾਂ ਰਸ਼ਤਾਂ ਬਸਤਾਂ ਗੁਰੂ ਦੇ ਦਰਬਾਰ ਵਿੱਚ ਭੇਜਾਂਗੇ ਜਾਂ ਲੋੜਵੰਦਾਂ ਦੀ ਸਹਾਇਤਾ ਕਰਾਂਗੇ, ਉਹ ਭੰਡਾਰੇ ਭਰਨਗੇ, ਇਹ ਜ਼ਰੂਰ ਹੈ। ਪਰ ਜੇ ਕੋਈ ਸੋਚੇ ਕਿ ਮੁਕਤ ਹੋਣ ਦੇ ਲਈ ਤਾਂ ਫਿਰ ਗੁਰੂ ਵਾਲੇ ਬਣਨਾ ਹੀ ਪਵੇਗਾ। ਕਿਉਂਕਿ ਇਹ ਮੈਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ। ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਦੇ ਹਾਂ, ਸਤਿਗੁਰੂ ਕਹਿੰਦੇ ਗੁਰ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲ ਸਕਦੀ ਹੈ। ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਹਨ, ਕਹਿੰਦੇ ਉਹੀ ਸੇਵਾ ਹੈ ਜਿਹੜੀ ਮੇਰੇ ਮਾਲਕ ਨੂੰ ਭਾਣੀ ਚੰਗੀ ਲੱਗਦੀ ਹੈ। ਹੋ ਕਿਆ ਗੁਣ ਤੇਰੇ ਆਖਾਂ ਸੁਆਮੀ, ਤੂੰ ਸਰਬ ਜੀਆਂ ਕਾ ਅੰਤਰ ਜਾਮੀ। ਹੋ ਮੈਂ ਕਿਆ ਗੁਣ ਤੇਰੇ, ਕਿਹੜੇ ਗੁਣ? ਆਖਾਂ ਸੁਆਮੀ, ਹੇ ਸੁਆਮੀ ਮਾਲਕ ਜੀ, ਮੈਂ ਤੇਰੇ ਕਿਹੜੇ ਗੁਣਾਂ ਨੂੰ ਆਖਣਾ ਕਰਾਂ? ਜੇ ਤੇਰੇ 'ਚ ਇੱਕ ਗੁਣ ਹੋਵੇ, 10 ਹੋਵੇ, 20 ਹੋਵੇ, 50 ਹੋਵੇ, 100 ਗੁਣ ਹੋਵੇ, ਉਹ ਵਰਣਨ ਕੀਤਾ ਜਾ ਸਕਦਾ ਹੈ। ਪਰ ਤੇਰੇ ਵਿੱਚ ਤਾਂ ਗੁਣ ਹੀ ਬੜੇ ਨੇ, ਅਨੇਕਾਂ ਗੁਣ ਨੇ ਜਿਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇਹ ਮਾਲਕ ਜੀ, ਮੈਂ ਕਿਹੜੇ ਗੁਣਾਂ ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ? ਕਿਹੜੇ ਕਿਹੜੇ ਗੁਣ ਮੈਂ ਆਖਾਂ? ਬਸ ਮੈਂ ਤਾਂ ਇਹੀ ਆਖਦਾ ਹਾਂ, ਤੂੰ ਸਰਬ ਜੀਆਂ ਕਾ ਅੰਤਰਜਾਮੀ। ਜਿੰਨੇ ਵੀ ਸਾਰੇ ਜੀਵ ਹਨ, ਤੂੰ ਸਾਰੇ ਜੀਵਾਂ ਦਾ ਮਾਲਕ ਹੈ ਅਤੇ ਅੰਤਰਜਾਮੀ ਹੈ, ਮਨ ਦੀ ਜਾਣਨ ਵਾਲਾ ਹੈ, ਘਟ ਘਟ ਦੇ ਜਾਣਨ ਵਾਲਾ ਏ। ਬਸ ਮੈਨੂੰ ਤਾਂ ਇੰਨਾ ਪਤਾ ਕਿ ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਬਸ ਮਾਲਕ ਜੀ, ਇਹੀ ਮੈਨੂੰ ਪਤਾ ਕਿ ਤੂੰ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਹੈ। ਹੋ ਮੰਗੋ ਦਾਨ ਤੁਝੈ ਪਹਿ ਕਰਤੇ, ਹਰ ਅਨ ਦਿਨ ਨਾਮ ਬਖਾਣੀ ਹੈ। ਹੋ ਮੰਗੋ ਦਾਨ, ਹੋ ਮੰਗੋ, ਹੋ ਮੈਂ ਤੇਰੇ ਦਰ ਤੋਂ ਮਾਲਕ ਜੀ ਦਾਨ ਮੰਗਦਾ ਹਾਂ। ਕਿਹੜਾ ਦਾਨ ਮੰਗਿਆ? ਹਰ ਅਨ ਦਿਨ ਨਾਮ ਬਖਾਣੀ ਹੈ। ਇਹੀ ਮੇਰੇ ਉੱਤੇ ਬਖਸ਼ਿਸ਼ ਕਰ, ਤਾਂ ਕਿ ਇਹ ਹਰੀ ਵਾਹਿਗੁਰੂ ਮੈਂ ਤੇਰਾ ਨਾਮ ਅਨ ਦਿਨ ਰਾਤ ਤੇਰੇ ਨਾਮ ਦਾ ਬਖਿਆਨ ਕਰਦਾ ਰਹਾਂ। ਭਾਵ ਮੈਂ ਤੇਰੀ ਸਿਫਤ ਸਲਾਹ ਦੇ ਗੀਤ ਗਾਉਂਦਾ ਰਹਾਂ, ਵਡਿਆਈ ਕਰਦਾ ਰਹਾਂ। ਬਸ ਮੇਰੇ ਉੱਤੇ ਇਹੀ ਬਖਸ਼ਿਸ਼ ਕਰ, ਮੈਂ ਤੇਰੇ ਦਰ ਤੋਂ ਇਹੀ ਦਾਤ ਮੰਗਦਾ ਹਾਂ। ਇਹ ਗੁਰੂ ਸਵਾਰੇ ਸਤਿਗੁਰੂ ਮਹਾਰਾਜ ਨੇ
ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਦੀ ਕਿਰਪਾ ਸਦਕਾ 12